ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜੇ ਭੁੱਲੀ ਜੇ ਚੁੱਕੀ ਸਾਈਂ ਪੀਤ ਹਿੰਜੀ ਕਾਢੀਆ। ਜਿਨ੍ਹਾਂ ਨੇ ਹੋ ਤੂੰ ਜਾਣੇ ਲੱਗਾ ਚੂਰ ਮਰਹੁ ਸੇ ਵਾਢੀਆ। ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ। ਇਹੋ ਮਹਿੰਜਾ ਆਸਰਾ। ਸੱਜਣ ਤੂੰ ਹੈ ਸੈਣ ਤੂੰ ਮੈਂ ਤੁਝ ਉਪਰ ਬਹੁ ਮਾਣੀਆ। ਜਾ ਤੂੰ ਅੰਦਰ ਤਾ ਸੁਖੀ ਤੂੰ ਨਿਮਾਣੀ ਮਾਣੀਆ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਏਹਾ ਪਾਈ ਮੂਹ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ। ਕਰਹੁ ਕਿਰਪਾ ਸਰਬ ਕੇ ਦਾਤੇ ਏਕ ਰੂਪ ਲੈਵ ਲਾਵਹੁ। ਨਾਨਕ ਕੀ ਬੇਨੰਤੀ ਹਰਿ ਪਹੇ ਆਪਣਾ ਨਾਮ ਜਪਾਵਹੁ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ। ਬੇਸੁਮਾਰ ਬੇਅੰਤ ਸੁਆਮੀ ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਹਉਮੈ ਲੋਭ ਬੁਰੇ ਜੈ ਦੇਖਾ ਤੈ ਏਕਾ ਬੇਦਨ। ਆਪੇ ਬਖਸ਼ੈ ਸਭ
का खालसा वाहिगुरु जी की फतेह। दसां पातशाहियां दी आत्मिक जोत, जुगो जुग अटल, तख्त जबर छतर दे मालक, पतत पावन भगत वत्सल, करना निधान अंतरजामी, शब्द गुर पीरा गहर गंभीरा, धन धन साहिब श्री गुरु ग्रंथ साहिब जी महाराज। सतगुरां दी साजी निवाजी परम सन्मान जोग, गुरु रूप खालसा साध संगत। सतगुरु साहिबां दी अपार किरपा रहमत सदका ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਹਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਬੜੇ ਪਿਆਰ ਅਦਬ ਨਾਲ ਗੁਰੂ ਚਰਨਾਂ ਵਿੱਚ ਪਹੁੰਚ ਕੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਸਤਿਗੁਰੂ ਜੀ ਭਜਨ ਕਰਦੇ ਹਨ। ਸਾਧ ਸੰਗਤ ਮਿਲੀਐ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਈ। ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਸਤ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ ਹਨ, ਰਤਨ ਗਿਆਨ ਪ੍ਰਗਟਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਗਿਆਨ ਰੂਪ ਰਤਨ ਦਾ ਚਾਨਣ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਅਗਿਆਨਤਾ ਹੀ ਸਾਧ ਸੰਗਤ ਜੀਵ ਨੂੰ ਪਰਮਾਤਮਾ ਨਾਲੋਂ, ਆਪਣੇ ਸਰੂਪ ਨਾਲੋਂ ਭੁਲਾ ਦਿੰਦੀ ਹੈ। ਅਗਿਆਨਤਾ ਕਰਕੇ ਹੀ ਜੀਵ ਮੋਹ ਦੇ ਵਿੱਚ, ਵਿਕਾਰਾਂ ਵਿੱਚ ਦੁਖੀ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਚਰਨਾਂ ਵਿੱਚ ਆ ਕੇ ਗਿਆਨ ਪ੍ਰਾਪਤ ਹੁੰਦਾ ਹੈ। ਆਪਣਾ ਗਿਆਨ ਜੀਵ ਨੂੰ ਅਨੁਭਵ ਦੀ ਪ੍ਰਾਪਤੀ ਹੁੰਦੀ ਹੈ। ਸੋ ਬੇਅੰਤ ਹੀ ਸੁਭਾਗਾ ਸਮਾਂ ਮਿਲਿਆ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਨ, ਸੁਣਨ ਦਾ ਸਮਾਂ। ਸੁਣਨ ਦਾ ਬੜਾ ਮਹੱਤਵ ਹੈ। ਜਿੱਥੇ ਸਤਿਗੁਰਾਂ ਨੇ ਭਜਨ ਕੀਤੇ, ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲ। ਵਾਹਿਗੁਰੂ ਦੀ ਸਿਫਤ ਸਲਾਹ ਸੁਣਨ ਨਾਲ ਸਿੱਧ ਸਿੱਧੀਆਂ ਵਾਲੇ ਹੋ ਜਾਈਦਾ, ਪੀਰ ਪੂਜਣ ਵਾਲੇ ਹੋ ਜਾਈਦਾ, ਦੇਵਤੇ ਤੇ ਉਹਨਾਂ ਦੇ ਅੱਗੇ ਮਾਲਕ ਬਣ ਜਾਈਦਾ। ਧਰਤੀ 'ਤੇ ਰਹਿਣ ਵਾਲੇ ਸਾਰੇ ਹੀ ਜੀਵਾਂ ਦੇ ਮਿੱਤਰ ਬਣ ਜਾਈਦਾ। ਧਰਤੀ ਜੋ ਹੈ ਸਾਧ ਸੰਗਤ ਨਿਮਰਤਾ ਦਾ ਸਾਗਰ ਹੈ, ਖੇਮਾ ਦੀ ਪੂੰਜੀ ਹੈ। ਜਿਹੜੇ ਗੁਰਮੁਖ ਵਾਹਿਗੁਰੂ ਦੀ ਬੰਦਗੀ ਕਰਦੇ ਨੇ
ਉਹ ਧਰਤੀ ਦੀ ਤਰ੍ਹਾਂ ਖਿਮਾ ਵਾਲੇ ਹੋ ਜਾਂਦੇ ਹਨ ਔਰ ਆਕਾਸ਼ ਦੀ ਤਰ੍ਹਾਂ ਉਹਨਾਂ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ, ਧਵਲ ਦੀ ਤਰ੍ਹਾਂ ਉਜਲ ਹੋ ਜਾਂਦੇ ਹਨ। ਸੁਣਿਐ ਦੀਪ ਲੋ ਪਾਤਾਲ, ਵਾਹਿਗੁਰੂ ਦਾ ਨਾਮ ਸੁਣਨ ਕਰਕੇ ਦੀਪਾਂ ਵਿੱਚ, ਲੋਆਂ ਵਿੱਚ, ਪਾਤਾਲਾਂ ਵਿੱਚ ਜਸ ਪੈਦਾ ਹੋ ਜਾਂਦਾ ਹੈ। ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਕਾਲ ਵੀ ਪੋਹ ਨਹੀਂ ਸਕਦਾ, ਮੌਤ ਦਾ ਡਰ ਵੀ ਹਿਰਦੇ 'ਚੋਂ ਦੂਰ ਹੋ ਜਾਂਦਾ ਹੈ। ਔਰ ਮਹਾਰਾਜ ਬਚਨ ਕਰਦੇ ਨੇ, ਨਾਨਕ ਭਗਤਾ ਸਦਾ ਵਿਗਾਸ, ਭਗਤਾਂ ਦੇ ਮਨ ਵਿੱਚ ਸਦਾ ਹੀ ਖੇੜਾ ਹੈ। ਸੁਣਿਐ ਦੁਖ ਪਾਪ ਕਾ ਨਾਸ, ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ, ਕਥਾ ਕੀਰਤਨ ਗੁਰਬਾਣੀ ਦਾ ਪਾਠ ਸੁਣਨ ਕਰਕੇ ਮਨ ਦੇ ਵਿੱਚੋਂ ਦੁੱਖ ਵੀ, ਪਾਪ ਸਾਰੇ ਨਾਸ ਹੋ ਜਾਂਦੇ ਨੇ। ਜਿੱਥੇ ਅਸੀਂ ਸਰੀਰ ਕਰਕੇ ਗੁਰੂ ਚਰਨਾਂ ਵਿੱਚ ਬੈਠੇ ਹਾਂ, ਮਨ ਦੀ ਇਕਾਗਰਤਾ ਬਣਾਈਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਾਵਧਾਨ ਹੋ ਕਰਕੇ, ਚਿੱਤ ਨੂੰ ਇਕਾਗਰ ਕਰਕੇ ਵਾਹਿਗੁਰੂ ਦੀ ਵਡਿਆਈ ਸਿਫਤ ਸਲਾਹ ਕਰੀਏ। ਸਤਿਗੁਰੂ ਜੀ ਨੇ ਸਾਨੂੰ ਲੜੀਵਾਰ ਕਥਾ ਦੇ ਅੰਦਰ ਉਪਦੇਸ਼ ਬਖਸ਼ੇ ਹਨ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ, ਆ ਰਹੀ ਕਥਾ ਸਰਵਣ ਕਰਕੇ ਹੋਰ ਲਾਹੇ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਹਉਮੈ ਰੋਗ ਭਰੇ। ਸਾਧ ਸੰਗਤ ਭੈਰੋ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਸ਼ਟਪਦੀਆਂ ਦੇ ਅੰਦਰ ਉਪਦੇਸ਼ ਬਖਸ਼ ਰਹੇ ਹਨ। ਇਸ ਅਸ਼ਟਪਦੀ ਦੇ ਇੱਕ ਪਦੇ ਦੀ ਅਤੇ ਰਹਾਉ ਵਾਲੇ ਬੰਦ ਦੀ ਅਸੀਂ ਕਥਾ ਸਰਵਣ ਕੀਤੀ ਹੈ। ਰਹਾਉ ਦੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਇਸ ਲਈ ਇਹ ਜੋ ਬੰਦ ਹੈ ਦੁਬਾਰਾ ਫਿਰ ਵਿਚਾਰਾਂਗੇ। ਕਰਤਾਰਪੁਰ ਸਾਹਿਬ ਵਿਖੇ ਗੁਰਸਿੱਖਾਂ ਨੇ ਸਤਿਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਜੀਵ ਪਰਮਾਤਮਾ ਨੂੰ ਕਿਵੇਂ ਮਿਲੇ? ਵਾਹਿਗੁਰੂ ਨੂੰ ਮਿਲਣ ਦੀ ਜੁਗਤੀ ਸਤਿਗੁਰੂ ਸਾਨੂੰ ਦੱਸਦੇ ਨੇ। ਵਾਹਿਗੁਰੂ ਪਰਮਾਤਮਾ ਵਿੱਚ ਮਿਲਣ ਵਾਸਤੇ ਜੀਵ ਨੂੰ ਹਉਮੈ ਤਿਆਗਣੀ ਪੈਣੀ ਹੈ, ਆਪਣੀ ਹੋਂਦ ਛੱਡਣੀ ਪੈਣੀ ਹੈ, ਆਪਣਾ ਸੁਭਾਅ ਮਾਰਨਾ ਪੈਣਾ ਹੈ, ਆਪਣੇ ਆਪ ਨੂੰ ਖਤਮ ਹੀ ਕਰਨਾ ਪੈਣਾ ਹੈ। ਜਿਵੇਂ ਇੱਕ ਬੂੰਦ ਜਦੋਂ ਸਾਗਰ ਵਿੱਚ ਮਿਲਦੀ ਹੈ ਤਾਂ ਉਸ ਦਾ ਆਪਣਾ ਵਜੂਦ ਸਾਰਾ ਹੀ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ ਜੀਵ ਪਰਮਾਤਮਾ ਵਿੱਚ ਲੀਨ ਹੁੰਦਾ ਹੈ, ਪਹਿਲਾਂ ਉਹ ਆਪਣਾ ਸਾਰਾ ਹੀ ਹਉਮੈ ਦੇ ਆਸਰੇ ਜੋ ਕਰਮ ਕੀਤੇ ਖਤਮ ਕਰ ਲੈਂਦਾ ਹੈ, ਆਪਣੇ ਆਪ ਨੂੰ ਮਾਰ ਲੈਂਦਾ ਹੈ, ਫਿਰ ਉਸ ਨੂੰ ਨਵਾਂ ਜੀਵਨ ਮਿਲਦਾ ਹੈ। ਜਿਵੇਂ ਇੱਕ ਬੀਜ ਧਰਤੀ ਵਿੱਚ ਬੀਜਦੇ ਹਾਂ ਤਾਂ ਉਹ ਬੀਜ ਦਾ ਜਿਹੜਾ ਪਹਿਲਾ ਰੂਪ ਹੁੰਦਾ ਹੈ ਖਤਮ ਹੋ ਜਾਂਦਾ ਹੈ। ਉਸ ਬੀਜ ਵਿੱਚੋਂ ਨਵੀਂ ਇੱਕ ਛੋਟੀ ਜਿਹੀ ਲਗਰ ਪੈਦਾ ਹੁੰਦੀ ਹੈ ਔਰ ਉਹ ਪੱਤੇ ਦੇ ਰੂਪ ਵਿੱਚ ਧਰਤੀ ਤੋਂ ਬਾਹਰ ਆ ਕੇ ਹੌਲੀ ਹੌਲੀ ਵੱਧ ਕਰਕੇ ਪੇੜ ਬਣ ਜਾਂਦੀ ਹੈ। ਜਿਹੜਾ ਬੀਜ ਸੀ ਪਹਿਲਾਂ ਉਹਦਾ ਰੂਪ ਹੋਰ ਸੀ, ਧਰਤੀ ਵਿੱਚ ਮਿਲ ਕਰਕੇ ਉਸ ਨੂੰ ਨਵਾਂ ਜੀਵਨ ਮਿਲ ਗਿਆ। ਇਸ ਤਰ੍ਹਾਂ ਹੀ ਜੋ ਜੀਵ ਹੈ ਇਹ ਸਾਧ ਸੰਗਤ ਹਉਮੈ ਕਰਕੇ ਹੋਰ ਰੂਪ ਵਾਲਾ ਹੋ ਰਿਹਾ ਹੈ, ਪਰ ਜਦੋਂ ਪਰਮਾਤਮਾ ਨਾਲ ਮਿਲੇਗਾ, ਗੁਰੂ ਨਾਲ ਮਿਲੇਗਾ, ਇਸ ਨੂੰ ਨਵਾਂ ਜੀਵਨ ਪ੍ਰਾਪਤ ਹੋਵੇਗਾ। ਉਸ ਨਵੇਂ ਜੀਵਨ ਅੰਦਰ ਗੁਣ ਪ੍ਰਗਟ ਹੋ ਜਾਂਦੇ ਨੇ, ਭਗਤੀ ਸੁਭਾਅ ਬਣ ਜਾਂਦਾ ਹੈ,
ਰਹਿਣ ਸਹਿਣ ਕਹਿਣ ਸਾਰੇ ਬਦਲ ਜਾਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਜਿੰਨਾ ਸਮਾਂ ਇਹ ਆਪਣੀ ਹਉਮੈ ਨਹੀਂ ਤਿਆਗਦਾ, ਉਹਨਾਂ ਸਮਾਂ ਪਰਮਾਤਮਾ ਵਿੱਚ ਲੀਨ ਨਹੀਂ ਹੁੰਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਈ। ਹਉਮੈ ਵਿੱਚ ਸੇਵਾ ਨਾ ਹੋਵਈ, ਤਾ ਮਨ ਬਿਰਥਾ ਜਾਏ। ਜਿਵੇਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਇਸ ਤਰ੍ਹਾਂ ਸਾਡਾ ਜਿਹੜਾ ਹਿਰਦਾ ਰੂਪ ਭਾਂਡਾ ਹੈ ਨਾ, ਇਹਦੇ ਵਿੱਚ ਦੋ ਚੀਜ਼ਾਂ ਨਹੀਂ ਟਿਕ ਸਕਦੀਆਂ। ਜਾਂ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਬੰਦਗੀ ਹੀ ਹੋਵੇਗੀ, ਤੇ ਜਾਂ ਫਿਰ ਅੰਦਰ ਹਉਮੈ ਹੋਵੇਗੀ। ਜੇ ਹਉਮੈ ਹੈ ਤੇ ਨਾਲ ਬੰਦਗੀ ਵੀ ਹੈ, ਫਿਰ ਪਖੰਡ ਜ਼ਰੂਰ ਹੋ ਸਕਦਾ ਹੈ। ਪਰ ਜੇ ਅੰਦਰ ਬੰਦਗੀ ਹੈ, ਨਾਮ ਸਿਮਰਨ ਹੈ ਹਿਰਦੇ ਵਿੱਚ, ਤੇ ਸਾਧ ਸੰਗਤ ਸੱਚਾ ਸੁੱਚਾ ਜੀਵਨ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਈ। ਜਿਹੜਾ ਤਾਂ ਨਾਮੀ ਪੁਰਖ ਹੈ, ਉਹ ਤਾਂ ਪ੍ਰਭੂ ਦੀਆਂ ਬਖਸ਼ਿਸ਼ਾਂ ਮਿਹਰਾਂ ਹੀ ਤੱਕਦਾ, ਸ਼ੁਕਰ ਹੀ ਕਰਦਾ, ਰਜਾ ਵਿੱਚ ਜੀਵਨ ਜਿਉਂਦਾ। ਜਿਹੜਾ ਹਉਮੈ ਅੰਦਰ ਜੀਵ ਹੈ, ਉਹ ਹਰ ਸਮੇਂ ਮੈਂ ਮੇਰੀ ਵਿੱਚ ਫਸਿਆ ਰਹਿੰਦਾ, ਇਹਨਾਂ ਖਿਆਲਾਂ ਦੇ ਅੰਦਰ ਹੀ ਘੁੰਮਦਾ ਹੈ ਔਰ ਕਈ ਤਰ੍ਹਾਂ ਦੇ ਦੁੱਖ ਸਹੇੜਦਾ, ਕਈ ਤਰ੍ਹਾਂ ਦੇ ਨਾਲ ਵੈਰ ਕਰਦਾ, ਮਾਇਆ ਵਿੱਚ ਰਹਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਹਉਮੈ ਵਿੱਚ ਸੇਵਾ ਨਾ ਹੋਵਈ। ਇੱਕ ਪਾਸੇ ਜੀਵ ਸੇਵਾ ਕਰੇ, ਦੂਜੇ ਪਾਸੇ ਹਉਮੈ ਕਰੇ ਕਿ ਮੈਂ ਇੰਨੀ ਸੇਵਾ ਕੀਤੀ ਹੈ, ਮੈਂ ਰੋਜ਼ ਆਉਣਾ ਗੁਰੂ ਘਰ, ਮੈਂ ਝਾੜੂ ਪੋਚੇ ਦੀ ਸੇਵਾ ਵੀ ਕਰਦਾ, ਲੰਗਰਾਂ ਦੀ ਸੇਵਾ ਵੀ ਕਰਦਾ, ਮੇਰੇ ਕੋਲੋਂ ਬਹੁਤ ਸੇਵਾ ਹੋ ਰਹੀ ਹੈ। ਪਰ ਮਹਾਰਾਜ ਕਹਿੰਦੇ ਇਹ ਵਿਅਰਥ ਹੈ, ਤਾਂ ਮਨ ਬਿਰਥਾ ਜਾਏ। ਮਨ ਵਿਅਰਥ ਹੋ ਜਾਂਦਾ, ਸਭ ਕੁਝ ਕੀਤਾ ਜੋ ਮਨ ਦੇ ਪੱਲੇ ਹੁੰਦਾ ਨਾ, ਉਹ ਵਿਅਰਥ ਹੋ ਜਾਂਦਾ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਸਾਨੂੰ ਸਿੱਖਿਆ ਵੀ ਸਤਿਗੁਰਾਂ ਨਾਲ ਦਿੱਤੀ ਕਿ ਹੇ ਮੇਰੇ ਮਨਾ, ਤੂੰ ਹਰ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਪਰਮਾਤਮਾ ਨੂੰ ਚੇਤੇ ਕਰੇਗਾ ਤਾਂ ਜਿਹੜਾ ਤੈਨੂੰ ਆਪਣੇ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਵੇਗਾ। ਗੁਰੂ ਦੇ ਸ਼ਬਦ ਦੀ ਕਮਾਈ ਕਰ, ਫਿਰ ਹੁਕਮ ਮੰਨਹਿ ਹਰ ਮਿਲੈ। ਤਾਂ ਹਰ ਮਨ ਤਾਂ ਹਉਮੈ ਵਿੱਚ ਹੋ ਜਾਏ। ਜੇ ਹੁਕਮ ਨੂੰ ਮੰਨੇ ਤਾਂ ਤੈਨੂੰ ਹਰੀ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਵਾਹਿਗੁਰੂ ਦੀ ਪਛਾਣ ਹੋਵੇਗੀ। ਹੁਕਮ ਮੰਨਹਿ ਤਾਂ ਹਰ ਮਿਲੈ, ਤਾਂ ਹਉਮੈ ਵਿੱਚ ਹੋ ਜਾਏ, ਤੇ ਤੇਰੇ ਮਨ ਵਿੱਚੋਂ ਹਉਮੈ ਚਲੀ ਜਾਵੇਗੀ। ਹਉਮੈ ਵਿੱਚ ਜੀਵ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਜਿਨ੍ਹਾਂ ਨੇ ਇਹ ਜਾਣਿਆ ਕਿ ਸਾਧ ਸੰਗਤ ਪਰਮਾਤਮਾ ਸਾਡੇ ਵਿੱਚ ਹੈ ਔਰ ਅਸੀਂ ਪਰਮਾਤਮਾ ਦੇ ਵਿੱਚ ਹਾਂ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹਨਾਂ ਨੇ ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਜੋ ਮੌਤ ਤੋਂ ਰਹਿਤ ਕਰਨ ਵਾਲੀ ਹੈ, ਗੁਰੂ ਦੇ ਸ਼ਬਦ ਨਾਲ ਮਿਲ ਕੇ ਪਛਾਣਨਾ ਕੀਤੀ ਹੈ। ਆਪਣੀ ਹਉਮੈ ਨੂੰ ਮਾਰ ਕੇ ਦੁੱਖ ਕੱਟ ਲਿਆ। ਨਾਨਕ ਹਉਮੈ ਰੋਗ ਬੁਰੇ। ਸੰਸਾਰ ਵਿੱਚ ਜਿਹੜਾ ਹਉਮੈ ਦਾ ਰੋਗ ਹੈ, ਬੜਾ ਹੀ ਬੁਰਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਹੀ ਵੀ ਇਸ ਮਾਹਿ। ਦਾਰੂ ਵੀ ਇਸ ਵਿੱਚ ਹੀ ਹੈ, ਤੇ ਇਹ ਰੋਗ ਵੀ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਜਿੱਥੇ ਜੀਵ ਮੈਂ ਕਰਦਾ ਹੈ, ਉੱਥੇ ਤੂੰ ਹੋਣਾ ਚਾਹੀਦਾ ਹੈ। ਜਿੱਥੇ ਇਹਨੂੰ ਇਹ ਸਮਝ ਹੈ ਕਿ ਸਭ ਕੁਝ ਮੇਰਾ ਹੈ, ਉੱਥੇ ਇਹ ਸਮਝ ਪੈ ਜਾਵੇ ਕਿ ਹੇ ਪ੍ਰਭੂ ਸਭ ਕੁਝ ਹੀ ਤੇਰਾ ਹੈ। ਪਰ ਇਹ ਸਮਝਦਾ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਹਉਮੈ ਜਿਹੜਾ ਹੈ, ਇਹ ਬੜਾ ਹੀ ਬੁਰਾ ਰੋਗ ਹੈ ਭਾਈ।
ਹਉਮੈ ਕਰਕੇ ਦੇਖੋ ਬ੍ਰਹਮਾ ਜੀ ਨੇ ਜਦੋਂ ਪੈਦਾ ਹੋਏ ਹੰਕਾਰ ਕੀਤਾ ਤੇ ਫਿਰ ਭਟਕਣਾ ਪ੍ਰਾਪਤ ਹੋ ਗਈ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ। ਉਸ ਸਮੇਂ ਭਵਿੱਖਬਾਣੀ ਹੋਈ, ਬ੍ਰਹਮਾ ਤੂੰ ਇਸ ਨਾਭ ਦੇ ਕਮਲ ਵਿੱਚੋਂ ਪੈਦਾ ਹੋਇਆ। ਪਰ ਕਮਲ ਦੀ ਨਾਭੀ ਬੜੀ ਛੋਟੀ ਸੀ। ਮਨ ਨੂੰ ਭਰੋਸਾ ਨਾ ਹੋਵੇ ਵੀ ਮੈਂ ਇਸ ਵਿੱਚੋਂ ਕਿਵੇਂ ਪੈਦਾ ਹੋ ਸਕਦਾ, ਮੈਂ ਤਾਂ ਇਕੱਲਾ ਹੀ ਹਾਂ। ਪਰ ਹੰਕਾਰ ਕਰਨ ਕਰਕੇ ਲੱਤ ਮਾਰੀ, ਫਿਰ ਉਸ ਕਮਲ ਦੀ ਨਾਭੀ ਨੂੰ ਲੱਤ ਮਾਰੀ ਜ਼ੋਰ ਨਾਲ। ਪਹਿਲਾਂ ਤਾਂ ਕੁਝ ਨਹੀਂ ਹੋਇਆ, ਪਰ ਜਦੋਂ ਸਾਧ ਸੰਗਤ ਦੂਜੀ ਤੀਜੀ ਵਾਰ ਲੱਤ ਮਾਰੀ ਨਾ, ਵਿੱਚ ਹੀ ਡਿੱਗ ਪਿਆ। ਨਾਭੀ ਦੀ ਕਮਲ ਜਿਹੜੀ ਸੀ ਨਾ, ਉਹਦੇ ਵਿੱਚ ਜਾ ਕੇ ਡਿੱਗ ਪਿਆ, ਔਰ ਕਮਲ ਦੀ ਨਾਭੀ ਵਿੱਚ ਜਾਂਦਿਆਂ 9 ਯੁੱਗ ਹੇਠਾਂ ਨੂੰ ਹੀ ਗਿਆ। ਫਿਰ ਉਸ ਸਮੇਂ ਆਪਣਾ ਕੰਠ ਸਵਾਰ ਕੇ ਪ੍ਰਭੂ ਪਰਮਾਤਮਾ ਦੀ ਉਸਤਤੀ ਵਿੱਚ 4 ਵੇਦ ਰਚੇ, ਔਰ ਫਿਰ 9 ਯੁੱਗ ਉੱਪਰ ਆਉਣ ਨੂੰ ਲੱਗੇ। ਇਸ ਤਰ੍ਹਾਂ ਵਿਦਵਾਨ ਮੰਨਦੇ ਨੇ 36 ਯੁੱਗ ਇਹ ਬ੍ਰਹਮਾ ਜੀ ਨੂੰ ਸਾਧ ਸੰਗਤ ਬਾਹਰ ਆਉਣ ਵਾਸਤੇ ਲੱਗੇ ਨਾਭ ਦੀ ਕਮਲ ਵਿੱਚੋਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ। ਉਹਨਾਂ ਨੇ ਵੀ ਫਿਰ ਪਰਮਾਤਮਾ ਦੀ ਉਸਤਤੀ ਕੀਤੀ। ਹਉਮੈ ਕਰਕੇ ਸਾਰੇ ਹੀ ਜੀਵ ਦੁਖੀ ਹਨ, ਕਿਉਂਕਿ ਇਹ ਰੋਗ ਬੜਾ ਹੀ ਬੁਰਾ ਹੈ। ਸਾਰਿਆਂ ਨੂੰ ਆਪਣੇ ਸਰੂਪ ਤੋਂ ਭੁਲਾ ਕੇ ਬੇਮੁਖ ਕਰ ਦਿੰਦਾ। ਜੀਵ ਅਗਿਆਨਤਾ ਵਿੱਚ ਜੀਵਨ ਬਤੀਤ ਕਰਦੇ ਹਨ। ਜੈ ਦੇਖਾ ਤੈ ਏਕਾ ਵਿਦਨ, ਆਪੇ ਬਖਸ਼ੈ ਸਬਦ ਧੁਰੇ। ਜਿੱਥੇ ਵੀ ਅਸੀਂ ਦੇਖਦੇ ਹਾਂ, ਇੱਕ ਹਉਮੈ ਦੀ ਹੀ ਪੀੜ ਹੈ ਜੀਵਾਂ ਦੇ ਤਾਈਂ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਜੀਵਾਂ ਦੇ ਹਿਰਦੇ ਵਿੱਚ ਹਉਮੈ ਹੈ। ਹਉਮੈ ਕਰਕੇ ਹਉਮੈ ਰੋਗ ਸਭ ਜਗਤ ਵਿਆਪਿਆ। ਤਿਨ ਕੋ ਜਨਮ ਮਰਨ ਦੁਖ ਭਾਰੀ, ਗੁਰ ਕਿਰਪਾ ਤੇ ਕੋ ਵਿਰਲਾ ਛੂਟੈ, ਹਉ ਤਿਸ ਬਲਿਹਾਰੀ। ਮਹਾਰਾਜ ਕਹਿੰਦੇ ਜਿਹੜਾ ਹਉਮੈ ਦਾ ਰੋਗ ਹੈ ਨਾ, ਇਹ ਸਾਰੇ ਸੰਸਾਰ ਨੂੰ ਹੀ ਲੱਗਿਆ ਹੋਇਆ ਹੈ। ਪਰ ਕੋਈ ਵਿਰਲਾ ਹੀ ਗੁਰਮੁਖ ਹੈ ਜਿਹੜਾ ਹਉਮੈ ਦੇ ਰੋਗ ਵਿੱਚੋਂ ਛੁੱਟ ਜਾਂਦਾ ਹੈ। ਹਉਮੈ ਦੇ ਰੋਗ ਕਰਕੇ ਜੀਵਾਂ ਨੂੰ ਜੰਮਣ ਮਰਨ ਇਹ ਭਾਰੀ ਰੋਗ ਲੱਗਿਆ ਹੋਇਆ, ਇਹ ਭਟਕਣਾ ਪਈ ਹੋਈ ਹੈ। ਪਰ ਗੁਰ ਕਿਰਪਾ ਕੋ ਵਿਰਲਾ ਛੂਟੈ। ਗੁਰੂ ਕਿਰਪਾ ਦਾ ਸਦਕਾ ਕੋਈ ਵਿਰਲਾ ਹੀ ਛੁੱਟਦਾ ਹੈ। ਉਸ ਤੋਂ ਮਹਾਰਾਜ ਕਹਿੰਦੇ ਅਸੀਂ ਸਦਾ ਬਲਿਹਾਰ ਜਾਂਦੇ ਹਾਂ। ਇੱਥੇ ਮਹਾਰਾਜ ਨੇ ਬਚਨ ਕੀਤਾ ਹੈ ਕਿ ਜਿੱਥੇ ਵੀ ਅਸੀਂ ਨਿਗਾਹ ਮਾਰੀ ਹੈ, ਜੀਵ ਦੇਖਿਆ, ਉੱਥੇ ਹਉਮੈ ਦੀ ਪੀੜਾ ਨਾਲ ਹੈ। ਆਪੇ ਬਖਸ਼ੈ ਸ਼ਬਦ ਧੁਰੇ। ਆਪ ਹੀ ਧੁਰੋਂ ਪਰਮਾਤਮਾ ਜਿਸ ਨੂੰ ਬਖਸ਼ ਲੈਣਾ, ਸ਼ਬਦ ਦਾ ਆਸਰਾ ਦੇ ਕੇ, ਸੋਝੀ ਦੇ ਕਰਕੇ, ਜਿਹਨੂੰ ਧੁਰੋਂ ਬਖਸ਼ਿਆ ਹੈ ਉਹੀ ਸੰਸਾਰ ਵਿੱਚ ਬਖਸ਼ਿਆ ਗਿਆ। ਧੁਰੋਂ ਬਖਸ਼ਿਸ਼ ਹੋਈ ਹੈ ਤੇ ਇੱਥੇ ਸੰਸਾਰ ਵਿੱਚ ਆ ਕੇ ਉਸਨੇ ਉਹ ਕਰਮ ਕੀਤੇ ਨੇ। ਜੇ ਪਰਮਾਤਮਾ ਨੇ ਧੁਰੋਂ ਮਸਤਕ ਵਿੱਚ ਲਿਖਿਆ ਹੈ ਵੀ ਇਸ ਨੇ ਸੰਗਤ ਕਰਨੀ ਹੈ, ਇਸ ਨੇ ਗੁਰੂ ਦੀ ਸ਼ਰਨ ਵਿੱਚ ਰਹਿਣਾ ਹੈ, ਤਾਂ ਫਿਰ ਉਹ ਗੁਰਮੁਖ ਸੰਗਤ ਕਰਕੇ ਲਾਭ ਪ੍ਰਾਪਤ ਕਰਦੇ ਨੇ ਆਪਣੇ ਜਨਮ ਦਾ। ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਜੀਵਨ ਬਤੀਤ ਕਰਦੇ ਨੇ, ਭਾਣਾ ਮੰਨਦੇ ਨੇ, ਔਰ ਉਹਨਾਂ ਗੁਰਸਿੱਖਾਂ ਤੋਂ ਗੁਰੂ ਪਾਤਸ਼ਾਹ ਕਹਿੰਦੇ ਤਿੰਨਾਂ ਗੁਰਸਿੱਖਾਂ ਕੋ ਹਉ ਸਦਾ ਬਲਿਹਾਰੀ। ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਣਾ ਕੀਤਾ ਹੈ,
ਜਿਨ ਗੁਰ ਕਾ ਭਾਣਾ ਮੰਨਿਆ ਭਲਾ, ਭਲਾ ਕਰਕੇ ਮਨ ਵਿੱਚ ਗੁਰੂ ਦੇ ਭਾਣੇ ਨੂੰ ਮੰਨਣਾ ਕੀਤਾ, ਉਹ ਗੁਰਮੁਖ ਵੀ ਧੰਨ ਹਨ। ਉਹ ਗੁਰਮੁਖ ਜਿਹੜੇ ਪ੍ਰਭੂ ਦੇ ਬੰਦਗੀ ਕਰਦੇ ਨੇ, ਉਹਨਾਂ ਨੂੰ ਧੁਰੋਂ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਹੋਈ ਹੈ। ਜਿਵੇਂ ਸਾਧ ਸੰਗਤ ਕੋਈ ਮਨੁੱਖ ਰਾਜੇ ਦਾ ਮਿਲਾਪੀ ਹੋਵੇ ਅਤੇ ਰਾਜਾ ਉਸ ਨੂੰ ਕੋਈ ਚਿੱਠੀ ਦੇ ਦੇਵੇ ਆਪਣੇ ਦਸਖਤ ਕਰਕੇ, ਫਿਰ ਉਹ ਉਸ ਰਾਜੇ ਦੇ ਜਿੱਥੇ ਵੀ ਜਾਵੇਗਾ, ਸ਼ਹਿਰ ਵਿੱਚ, ਪਿੰਡ ਵਿੱਚ, ਵੱਡੇ ਵੱਡੇ ਲੋਕ ਵੀ ਉਹਦਾ ਸਤਿਕਾਰ ਕਰਦੇ ਨੇ, ਅਦਬ ਰੱਖਦੇ ਨੇ, ਕਿਉਂਕਿ ਉਹਦੇ ਕੋਲ ਇੱਕ ਚਿੱਠੀ ਹੈ, ਦਸਖਤ ਪਿਆ ਹੋਇਆ, ਨਿਸ਼ਾਨ ਹੈ। ਇਸ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਨੇ ਜਿਨ੍ਹਾਂ ਦੇ ਮਸਤਕ ਦੇ ਵਿੱਚ ਬੰਦਗੀ ਦਾ ਨਿਸ਼ਾਨ ਪਾ ਦਿੱਤਾ, ਆਪਣੀ ਬਖਸ਼ਿਸ਼ ਰਹਿਮਤ ਕਰ ਦਿੱਤੀ, ਉਹਨਾਂ ਨੇ ਸੰਸਾਰ ਵਿੱਚ ਆ ਕੇ ਇਹ ਆਪੋਂ ਹੀ ਵਡਿਆਈ ਪ੍ਰਾਪਤ ਕੀਤੀ ਹੈ ਕਿ ਉਹਨਾਂ ਦਾ ਮਨ ਜਿਹੜਾ ਹੈ ਮਾਇਆ ਵਿੱਚ ਭੁੱਲਦਾ ਨਹੀਂ, ਮਾਇਆ ਵਿੱਚ ਉਹ ਸੱਚ ਨੂੰ ਪਛਾਣਦੇ ਨੇ। ਗੁਰਮੁਖਾਂ ਨੇ ਜਾਣਿਆ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾਂ ਸੰਸਾਰ ਕਮਲਿਆਂ ਦੀ ਤਰ੍ਹਾਂ ਫਿਰਦਾ। ਜੇ ਨਾਮ ਨਹੀਂ ਹੈ ਪੱਲੇ, ਦੇਖੋ ਕੋਈ ਮਨੁੱਖ ਤੁਰਿਆ ਜਾਂਦਾ ਹੈ ਸੜਕ 'ਤੇ, ਅਸੀਂ ਉਸ ਨੂੰ ਪੁੱਛੀਏ ਵੀ ਤੂੰ ਕਿੱਥੇ ਜਾਣਾ ਹੈ, ਉਹ ਕਹਿੰਦਾ ਜੀ ਮੈਂ ਫਲਾਨੀ ਥਾਂ ਜਾਣਾ ਹੈ, ਮੈਂ ਉੱਧਰ ਨੂੰ ਤੁਰ ਰਿਹਾ ਹਾਂ। ਇਹ ਤਾਂ ਨਿਸ਼ਾਨਾ ਬਣ ਗਿਆ। ਅਤੇ ਜੇ ਕੋਈ ਮਨੁੱਖ ਤੁਰਿਆ ਵੀ ਜਾ ਰਿਹਾ ਅਤੇ ਉਹਨੂੰ ਪੁੱਛੀਏ, ਕਹੇ ਭਾਈ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਜਾਣਾ, ਬਸ ਮੈਂ ਤਾਂ ਤੁਰ ਰਿਹਾ ਹਾਂ, ਉਸ ਦਾ ਤੁਰਨਾ ਚੱਲਣਾ ਵਿਅਰਥ ਹੋਵੇਗਾ ਜਿਹਨੂੰ ਆਪਣੀ ਮੰਜ਼ਿਲ ਦੀ ਸਮਝ ਨਹੀਂ। ਜਿਹਨੂੰ ਆਪਣੀ ਮੰਜ਼ਿਲ ਦੀ ਸਮਝ ਹੈ, ਉਹਦੇ ਇੱਕ ਇੱਕ ਕਦਮ ਵੀ ਸਾਧ ਸੰਗਤ ਸਫਲੇ ਹੋ ਜਾਂਦੇ ਨੇ ਤੁਰਨ ਕਰਕੇ। ਜੀਵ ਦੀ ਮੰਜ਼ਿਲ ਹੈ ਪ੍ਰਭੂ ਪਰਮਾਤਮਾ। ਜਿਸ ਨੇ ਆਪਣਾ ਜੀਵਨ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਲਾਇਆ, ਆਪਣਾ ਨਿਸ਼ਾਨਾ ਬਣਾ ਕੇ ਵਾਹਿਗੁਰੂ ਨੂੰ ਕਿ ਮੈਂ ਬੰਦਗੀ ਕਰਨੀ ਹੈ, ਨਾਮ ਜਪਣਾ, ਭਈ ਪ੍ਰਾਪਤ ਮਾਨੁਖ ਦੇਹੁ ਰਿਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਮਿਲੀ ਹੈ ਮੈਨੂੰ, ਔਰ ਮੈਂ ਪਰਮਾਤਮਾ ਦੇ ਗੁਣ ਗਾਉਣੇ ਨੇ, ਆਪਣਾ ਜੀਵਨ ਸਫਲ ਕਰਨਾ ਹੈ, ਨਾਮ ਰੂਪ ਧਨ ਨੂੰ ਜੋੜਨਾ ਹੈ। ਉਹ ਗੁਰਮੁਖ ਬੰਦਗੀ ਕਰਦੇ ਨੇ, ਉਹਨਾਂ ਦਾ ਇੱਕ ਇੱਕ ਸਵਾਸ ਵੀ ਸਫਲਾ ਹੋ ਜਾਂਦਾ। ਪਰ ਜਿਹੜੇ ਮਨਮੁਖ ਨੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿੰਨਾ ਕੀਮਤੀ ਜਨਮ ਹੈ, ਸੌਂ ਕੇ ਖਾ ਪੀ ਕੇ ਬਸ ਝੂਠ ਤੂਫਾਨ ਮਾਰ ਕੇ ਗੱਲਾਂ ਕਰ ਕਰਕੇ ਆਪਣਾ ਜੀਵਨ ਬਤੀਤ ਕਰੀ ਜਾਂਦੇ ਨੇ। ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ, ਲਾਹਾ ਨਹੀਂ ਮਿਲਦਾ। ਆਪੇ ਬਖਸ਼ੈ ਸ਼ਬਦ ਧੁਰੇ, ਜਿਸ ਨੂੰ ਧੁਰੋਂ ਸ਼ਬਦ ਦਾ ਆਸਰਾ ਦੇ ਕੇ ਆਪ ਪਰਮਾਤਮਾ ਬਖਸ਼ਦਾ ਹੈ, ਉਹੀ ਬਖਸ਼ਿਆ ਜਾਂਦਾ ਹੈ। ਆਪੇ ਪਰਖੇ ਪਰਖਣ ਹਾਰੈ, ਬਾਹਰ ਸੁਲਾਖ ਨਾ ਹੋਈ। ਹੁਣ ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਪਰਖਣ ਹਾਰੈ। ਪਰਖਣ ਵਾਲੇ ਪ੍ਰਭੂ ਪਰਮਾਤਮਾ ਨੇ, ਜਿਨ੍ਹਾਂ ਨੂੰ ਸਾਧ ਸੰਗਤ ਆਪਣੀ ਬੰਦਗੀ ਦੇ ਕੇ, ਨਾਮ ਦਾ ਆਸਰਾ ਦੇ ਕੇ ਪਰਖ ਲੈਣਾ ਕੀਤਾ, ਪੂਰੇ ਪਾ ਦਿੱਤਾ ਹੈ, ਜਿਨ੍ਹਾਂ ਨੂੰ ਖੋਟਿਆਂ ਤੋਂ ਖਰੇ ਬਣਾ ਦਿੱਤਾ ਹੈ। ਬਾਹਰ ਸੁਲਾਖ ਨਾ ਹੋਈ। ਸੁਲਾਖ ਨਾਮ ਹੈ ਪੀੜਾ ਦਾ, ਦੁੱਖ ਦਾ। ਉਹਨਾਂ ਨੂੰ ਦੁਬਾਰਾ ਜੰਮਣ ਮਰਨ ਦੀ ਪੀੜਾ ਨਹੀਂ ਹੁੰਦੀ, ਦੁੱਖ ਨਹੀਂ ਹੁੰਦਾ, ਨਰਕਾਂ ਵਿੱਚ ਨਹੀਂ ਜਾਣਾ ਪੈਂਦਾ। ਜਿਵੇਂ ਸੁਨਿਆਰ ਹੁੰਦਾ ਹੈ ਨਾ, ਜਦੋਂ ਉਹ ਕਠਾਲੀ ਵਿੱਚ ਸੋਨੇ ਨੂੰ ਪਾ ਕਰਕੇ ਸ਼ੁੱਧ ਕਰਦਾ ਹੈ, ਉਸ ਦੇ ਵਿੱਚ ਉਹਦੇ ਕੋਲ ਸੁਲਾਈਆਂ ਹੁੰਦੀਆਂ ਨੇ। ਸੁਲਾਈਆਂ ਦੇ ਨਾਲ ਉਹ ਸੋਨੇ ਨੂੰ ਛਿੱਦਰ ਕਰ ਲੈਂਦਾ, ਪਰਖ ਕੇ ਦੇਖਦਾ। ਜੇ ਸ਼ੁੱਧ ਸੋਨਾ ਹੋਵੇ ਤਾਂ ਫਿਰ ਉਸ ਨੂੰ ਦੁਬਾਰਾ ਤਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਉਹਦੇ ਗਹਿਣੇ ਬਣਾ ਕੇ ਵੇਚੇ ਜਾਂਦੇ ਨੇ।
ਇਸ ਤਰ੍ਹਾਂ ਹੀ ਪ੍ਰਮਾਤਮਾ ਪ੍ਰਭੂ ਆਪਣੇ ਸੇਵਕਾਂ ਨੂੰ ਨਾਮ ਦਾ ਆਸਰਾ ਦੇ ਕੇ ਸ਼ੁੱਧ ਕਰ ਦਿੰਦਾ ਹੈ, ਬੰਦਗੀ ਸੇਵਾ ਸਿਮਰਨ ਬਖਸ਼ ਕੇ। ਆਪ ਹੀ ਪਰਖ ਲਿਆ ਨਾ, ਬਹੁਰ ਸੁਲਾਕ ਨਾ ਹੋਈ। ਤਾਂ ਫਿਰ ਮਹਾਰਾਜ ਕਹਿੰਦੇ ਦੁਬਾਰਾ ਉਹਨਾਂ ਨੂੰ ਸੁਲਾਕ ਕੋਈ ਪਰਖ ਨਹੀਂ ਪੈਂਦੀ, ਦੁਬਾਰਾ ਉਹਨਾਂ ਨੂੰ ਪਰਖਿਆ ਨਹੀਂ ਜਾਂਦਾ, ਅਤੇ ਨਾ ਹੀ ਦੁਬਾਰਾ ਉਹਨਾਂ ਨੂੰ ਕੋਈ ਜੰਮਣ ਮਰਨ ਦੀ ਪੀੜਾ ਹੁੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਦੁੱਖ ਵੀ ਨਹੀਂ ਹੁੰਦਾ। ਜਿਨ ਕੋ ਨਦਰ ਕਰੀ ਕਰ ਵੇਲੇ, ਪ੍ਰਭ ਭਾਣਾ ਸਚ ਸੋਈ। ਜਿਨ੍ਹਾਂ 'ਤੇ ਵਾਹਿਗੁਰੂ ਪਰਮਾਤਮਾ ਦੀ ਨਦਰ ਮਿਹਰ ਹੋਈ ਹੈ, ਉਹਨਾਂ ਨੂੰ ਗੁਰੂ ਨਾਲ ਮਿਲਣਾ ਕੀਤਾ ਹੈ। ਸਤਿਗੁਰਾਂ ਦੀ ਸ਼ਰਨ ਵਿੱਚ ਉਹ ਆਏ ਹਨ, ਪ੍ਰਭ ਭਾਣਾ, ਅਤੇ ਸਤਿਗੁਰਾਂ ਦੀ ਸੇਵਾ ਕਰਦਿਆਂ, ਹੁਕਮ ਮੰਨਦਿਆਂ, ਬਾਣੀ ਪੜ੍ਹਦਿਆਂ ਉਹ ਪ੍ਰਭੂ ਪਰਮਾਤਮਾ ਨੂੰ ਭਾ ਗਏ ਨੇ, ਜਾਂ ਉਹਨਾਂ ਨੂੰ ਪ੍ਰਭੂ ਪਰਮਾਤਮਾ ਭਾ ਗਿਆ ਕਿ ਦੁਨੀਆ ਵਿੱਚ ਸੱਚ ਤਾਂ ਇੱਕ ਹੀ ਹੈ। ਜੋ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ, ਸਤਿਗੁਰਾਂ ਦੇ ਬਚਨ ਉਹਨਾਂ ਨੇ ਪੱਲੇ ਬੰਨੇ ਹਨ। ਜਿੱਥੇ ਮਹਾਰਾਜ ਨੇ ਬਚਨ ਕੀਤੇ, ਗੁਰ ਸਿੱਖਾ ਅੰਦਰ ਸਤਿਗੁਰ ਵਰਤੈ, ਸਤਿਗੁਰੂ ਸਿੱਖਾਂ ਦੇ ਜੀਵਨ ਵਿੱਚ ਵਰਤਦੇ ਨੇ। ਜੋ ਸਤਿਗੁਰੂ ਜੀ ਸਿੱਖਾਂ ਨੂੰ ਕਾਰ ਕਰਨ ਵਾਸਤੇ ਕਹਿੰਦੇ ਨੇ, ਗੁਰਸਿੱਖ ਭਗਤੀ ਕਰਦੇ ਨੇ, ਔਰ ਸੱਚਾ ਪਰਮਾਤਮਾ ਗੁਰਸਿੱਖਾਂ ਦੀ ਕੀਤੀ ਹੋਈ ਬੰਦਗੀ ਨੂੰ, ਘਾਲ ਕਮਾਈ ਨੂੰ ਥਾਏ ਪਾ ਦਿੰਦਾ। ਇਸ ਤਰ੍ਹਾਂ ਜਿਨ੍ਹਾਂ 'ਤੇ ਪਰਮਾਤਮਾ ਨੇ ਆਪਣੀ ਨਜ਼ਰ ਮਿਹਰ ਕਰ ਦਿੱਤੀ, ਗੁਰੂ ਸਾਹਿਬ ਮਿਲ ਪਏ, ਗੁਰੂ ਸਾਹਿਬਾਂ ਨਾਲ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਭਾਣਾ ਮੰਨਿਆ, ਉਹਨਾਂ ਨੂੰ ਪ੍ਰਭੂ ਭਾ ਗਿਆ। ਸੱਚ ਸੋਈ, ਉਹ ਸੱਚ ਹਨ, ਸੋਈ ਉਹੀ ਸੰਸਾਰ ਵਿੱਚ ਸਚਿਆਰ ਬਣੇ ਨੇ, ਸੱਚੇ ਜੀਵਨ ਵਾਲੇ, ਸੱਚੇ ਪਰਮਾਤਮਾ ਦੀ ਪ੍ਰਾਪਤੀ ਵਾਲੇ ਹੋ ਗਏ। ਕੌਣ ਪਾਣੀ ਵੇ ਸੰਤਰ ਰੋਗੀ, ਰੋਗੀ ਤਰਤ ਸੋਗੀ। ਹੁਣ ਸਤਿਗੁਰੂ ਦੱਸਦੇ ਨੇ, ਪੌਣ ਨਾਮ ਹਵਾ, ਹਵਾ ਵੀ ਰੋਗੀ ਹੈ, ਪਾਣੀ ਵੀ ਰੋਗੀ ਹੈ, ਵੈ ਸੰਤਰ ਅੱਗ ਵੀ ਰੋਗੀ ਹੈ, ਕਿਉਂਕਿ ਇਹ ਜੜ ਹਨ। ਪਾਣੀ ਵੀ ਸਾਧ ਸੰਗਤ ਦੇਖੋ, ਹੜ੍ਹ ਬਣ ਕਰਕੇ ਜਦੋਂ ਵਸਦਿਆਂ ਜੀਵਾਂ ਨੂੰ ਤਬਾਹ ਕਰ ਦਿੰਦਾ ਹੈ। ਹਵਾ ਵੀ ਹਨੇਰੀਆਂ ਚੱਲ ਕੇ ਤੂਫਾਨ ਆ ਜਾਂਦੇ ਨੇ। ਜਿਹੜੀ ਅੱਗ ਹੈ, ਇਹ ਵੀ ਸਾਧ ਸੰਗਤ ਕਈ ਵਾਰ ਆਪਣੀ ਲਪੇਟ ਵਿੱਚ ਕਈ ਫਸਲਾਂ ਨੂੰ ਲੈ ਲੈਂਦੀ ਹੈ। ਇਹ ਜੜਤਾ ਹੈ, ਇਹੀ ਰੋਗ ਬਣ ਗਿਆ। ਪੌਣ ਜਿਹੜੀ ਹਵਾ ਹੈ, ਇਹਦਾ ਅਧਿਕ ਦੇਵਤਾ, ਪਾਣੀ ਦਾ ਅਧਿਕ ਦੇਵਤਾ, ਵੈ ਸੰਤਰ ਅਗਨੀ ਦਾ ਅਧਿਕ ਦੇਵਤਾ, ਇਹ ਵੀ ਰੋਗੀ ਹਨ। ਪੌਣ ਜਿਹੜੇ ਜੀਵ ਸਵਾਸਾਂ ਨੂੰ ਟਿਕਾਉਂਦੇ ਨੇ, ਪੌਣ ਆਹਾਰੀ, ਉਹ ਵੀ ਰੋਗੀ ਹਨ। ਹਉਮੈ ਕਰਕੇ ਰੋਗ ਲੱਗਿਆ ਉਹਨਾਂ ਨੂੰ ਵੀ। ਜਿਹੜੇ ਪਾਣੀ ਵਿੱਚ ਜਲਧਾਰੀ ਕਰਦੇ ਨੇ, ਸਿਆਲ ਦੀ ਰੁੱਤ ਵਿੱਚ ਗਲ ਤਾਈਂ ਪਾਣੀ ਦੇ ਵਿੱਚ ਖੜ੍ਹੇ ਰਹਿਣਾ, ਉੱਪਰੋਂ ਘੜੇ ਪਵਾਉਣੇ ਪਾਣੀ ਦੇ, ਉਹਨਾਂ ਨੂੰ ਵੀ ਹੰਕਾਰ ਦੇ ਰੋਗ ਨੇ ਖਾ ਲਿਆ। ਜਿਹੜੇ ਗਰਮੀ ਦੀ ਰੁੱਤ ਵਿੱਚ ਧੂਣੀਆਂ ਤਪਾਉਂਦੇ ਨੇ ਅੱਗ ਲਾ ਕਰਕੇ, ਅਤੇ ਉਹਨਾਂ ਨੂੰ ਵੀ ਤਪ ਕਰਦੇ ਆ, ਹੰਕਾਰ ਨੇ ਖਾ ਲਿਆ। ਇਹ ਰੋਗੀ ਹਨ। ਮਹਾਰਾਜ ਕਹਿੰਦੇ ਰੋਗੀ ਧਰਤ ਸਭੋਗੀ। ਫਿਰ ਧਰਤੀ ਵੀ ਸਤਿਗੁਰੂ ਕਹਿੰਦੇ ਰੋਗੀ ਹੈ, ਇਹਦੇ ਵਿੱਚ ਵੀ ਜੜਤਾ ਹੈ। ਧਰਤੀ ਦੇ ਵਿੱਚ ਚੇਤਨਤਾ ਨਹੀਂ, ਜੜਤਾ ਹੈ, ਜਿੱਥੇ ਪਈ ਰਹਿੰਦੀ ਹੈ ਉੱਥੇ ਹੀ ਪਈ ਰਹਿਣੀ ਹੈ। ਜਾਂ ਵਿਦਵਾਨਾਂ ਨੇ ਮੰਨਿਆ ਵੀ ਜਿਹੜੀ ਕਲਰ ਹੁੰਦੀ ਹੈ ਨਾ, ਉਹ ਧਰਤੀ ਦਾ ਰੋਗ ਹੁੰਦਾ ਹੈ। ਸਭੋਗੀ, ਇਸ ਧਰਤੀ ਨੂੰ ਭੋਗਣ ਵਾਲੇ ਜਿਹੜੇ ਰਾਜੇ ਹਨ, ਰਾਜ ਕਰਨ ਵਾਲੇ, ਉਹ ਵੀ ਰੋਗੀ ਹਨ। ਜਿਹੜੇ ਧਰਤੀ ਨੂੰ, ਜ਼ਮੀਨ ਨੂੰ ਆਪਣਾ ਬਣਾ ਕਰਕੇ ਭੋਗਦੇ ਨੇ, ਉਹ ਵੀ ਰੋਗੀ ਹੋ ਗਏ। ਰੋਗੀ ਧਰਤ ਸਭੋਗੀ। ਸਤਿਗੁਰੂ ਮਹਾਰਾਜ ਕਹਿੰਦੇ ਧਰਤੀ ਦੇ ਸਹਿਤ ਜਿੰਨੇ ਭੋਗ ਕਰਨ ਵਾਲੇ ਨੇ ਜੀਵ,
ਧਰਤੀ ਤੇ ਵਸਣ ਵਾਲੇ ਪਰਮਾਤਮਾ ਤੋਂ ਭੁੱਲ ਕੇ ਹਉਮੈ ਵਿੱਚ ਸਾਰੇ ਰੋਗੀ ਹੀ ਹਨ। ਮਾਤ ਪਿਤਾ ਮਾਇਆ ਦੇਹ ਸੇ ਰੋਗੀ, ਰੋਗੀ ਕੁਟੰਬ ਸੰਜੋਗੀ। ਮਾਤਾ ਵੀ ਰੋਗੀ ਹੈ, ਪਿਤਾ ਵੀ ਰੋਗੀ ਹੈ। ਮਾਂ ਪਿਤਾ ਮੋਹ ਦੇ ਵਿੱਚ ਹਉਮੈ ਵਿੱਚ ਰੋਗੀ ਬਣੇ ਪਏ ਨੇ। ਮਾਇਆ ਲੱਗੀ ਹੋਈ ਹੈ। ਮਾਇਆ ਦੇ ਸਹਿਤ ਜਿਹੜਾ ਇਹ ਸਰੀਰ ਹੈ ਇਹ ਵੀ ਰੋਗੀ ਹੈ। ਮਾਇਆ ਵਿੱਚ ਲੱਗ ਕੇ ਸਰੀਰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਇਸ ਤਰ੍ਹਾਂ ਪਰਮਾਤਮਾ ਤੋਂ ਭੁੱਲ ਕੇ ਇਹ ਦੇਹ ਵੀ ਰੋਗੀ ਹੈ। ਰੋਗਾਂ ਵਿੱਚ ਹੀ ਰੋਗਾਂ ਦਾ ਹੀ ਕਾਰਨ ਬਣਦੀ ਹੈ। ਸੇ ਰੋਗੀ, ਇਹ ਸਾਰੇ ਰੋਗੀ ਹਨ। ਮਹਾਰਾਜ ਕਹਿੰਦੇ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ, ਆਵਹਿ ਝੂਠੇ ਜਾਏ ਝੂਠੇ, ਝੂਠੇ ਮਰਹਿ ਅਭਾਗੇ। ਇਸ ਤਰ੍ਹਾਂ ਝੂਠ ਹੀ ਪਈ ਹੋਈ ਹੈ ਜੀਵਾਂ ਦੇ ਤਾਈਂ, ਵਿਕਾਰਾਂ ਕਰਕੇ ਝੂਠ ਪਈ ਹੋਈ ਹੈ। ਰੋਗੀ ਕੁਟੰਬ ਸੰਜੋਗੀ, ਕੁਟੰਬ ਪਰਿਵਾਰ ਵੀ ਜਿਹੜਾ ਹੈ ਨਾ, ਪੁੱਤਰਾਂ ਧੀਆਂ ਇਸਤਰੀ ਤੋਂ ਵਧੇ ਹੋਏ ਪਰਿਵਾਰ ਨੂੰ ਕੁਟੰਬ ਕਹਿੰਦੇ ਨੇ। ਇਹ ਮਹਾਰਾਜ ਕਹਿੰਦੇ ਰੋਗੀ ਹਨ। ਇਹਨਾਂ ਦਾ ਜਿਹੜਾ ਸੰਜੋਗ ਬਣਿਆ ਤੇ ਜੀਵ ਹੈ ਤਾਂ ਪੂਰਵ ਜਨਮ ਦੇ ਸੰਜੋਗੀ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਪਰ ਇਹਨਾਂ ਨੂੰ ਜੀਵ ਸਦਾ ਆਪਣੇ ਸੰਜੋਗੀ ਮੰਨਦਾ ਹੈ। ਮਹਾਰਾਜ ਕਹਿੰਦੇ ਭਾਈ ਇਹ ਵੀ ਰੋਗੀ ਹਨ। ਕੁਟੰਬ ਜਿਹੜਾ ਪਰਿਵਾਰ ਹੈ ਉਹਦੇ ਸਹਿਤ ਰੋਗ ਲੱਗੇ ਹੋਏ ਹਨ ਜੀਵਾਂ ਦੇ ਤਾਈਂ। ਰੋਗੀ ਬ੍ਰਹਮਾ ਵਿਸੰਸਰਤਰਾ, ਰੋਗੀ ਸਗਲ ਸੰਸਾਰਾ। ਬ੍ਰਹਮਾ ਜੀ ਵੀ ਰੋਗੀ ਹਨ, ਕਿਉਂਕਿ ਬ੍ਰਹਮਾ ਜੀ ਨੇ ਜਿਸ ਸਮੇਂ ਜਿਵੇਂ ਇਹ ਵਾਰਤਾ ਆਉਂਦੀ ਹੈ, ਇਹਨਾਂ ਦੀ ਸਪੁੱਤਰੀ ਸੀ ਸਰਸਤੀ, ਜਿਹਦਾ ਨਾਮ ਤਿਲੋਚਨਾ ਵੀ ਆਉਂਦਾ ਹੈ। ਉਹ ਸਾਧ ਸੰਗਤ 2 ਦੈਂਤਾਂ ਨੂੰ ਮਾਰ ਕਰਕੇ ਆਈ। ਉਸ ਸਮੇਂ ਬ੍ਰਹਮਾ ਕਥਾ ਕਰ ਰਿਹਾ ਸੀ। ਕਥਾ ਚੱਲਦੀ ਸੀ ਸ਼ਿੰਗਾਰਾਂ 'ਤੇ। ਸ਼ਿੰਗਾਰਾਂ ਦੀ ਕਥਾ ਕਰਦਿਆਂ ਇਹਦੀ ਨਿਗਾਹ ਆਪਣੀ ਪੁੱਤਰੀ ਵੱਲ ਚਲੀ ਗਈ ਔਰ ਫਿਰ ਉਸ ਸਮੇਂ ਮਨ ਖਰਾਬ ਹੋ ਗਿਆ। ਇਸ ਤਰ੍ਹਾਂ ਇਸ ਨੇ 4 ਮੂੰਹ ਲਾਉਣਾ ਕੀਤੇ। 5ਵਾਂ ਮੂੰਹ ਜਿਹੜਾ ਉੱਪਰ ਲਾਇਆ ਸੀ ਉਹ ਸ਼ਿਵ ਜੀ ਨੇ ਕੱਟ ਦੇਣਾ ਕੀਤਾ ਤਰਸੂਲ ਦੇ ਨਾਲ। ਰੋਹਿਣੀ ਨਾਮੇ ਪੁੱਤਰ ਪੈਦਾ ਕੀਤਾ ਬ੍ਰਹਮਾ ਨੇ ਆਪਣੀ ਪੁੱਤਰੀ ਤੋਂ। ਮਹਾਰਾਜ ਕਹਿੰਦੇ ਇਹ ਵੀ ਰੋਗੀ ਹਨ ਵਾਸ਼ਨਾ ਕਰਕੇ, ਵਿਕਾਰਾਂ ਕਰਕੇ। ਵਿਸ਼ਨੂੰ ਇਹਨਾਂ ਨੇ ਵੀ ਸਾਧ ਸੰਗਤ ਜਿਹੜਾ ਜਲੰਧਰ ਦੈਂਤ ਹੋਇਆ, ਬੜਾ ਉਹ ਤਾਕਤਵਰ ਸੀ, ਜਿੱਤਿਆ ਨਹੀਂ ਜਾਂਦਾ ਸੀ ਕਿਸੇ ਕੋਲੋਂ। ਉਹਦਾ ਕਾਰਨ ਇਹ ਸੀ ਕਿ ਜਲੰਧਰ ਦੈਂਤ ਦੀ ਘਰ ਵਾਲੀ ਬੜੀ ਪਤੀਵ੍ਰਤ ਧਰਮ ਵਾਲੀ ਸੀ, ਸੱਤ ਵਾਲੀ ਸੀ। ਉਸ ਦਾ ਸੱਤ ਤੋੜਨ ਵਾਸਤੇ ਵਿਸ਼ਨੂੰ ਨੇ ਜਲੰਧਰ ਦੈਂਤ ਦਾ ਰੂਪ ਬਣਾ ਕਰਕੇ ਉਹਦੇ ਘਰ ਗਿਆ ਅਤੇ ਘਰ ਜਾ ਕੇ ਉਹਦੇ ਨਾਲ ਰਹਿਣਾ ਕੀਤਾ। ਤਾਂ ਉਸ ਸਮੇਂ ਇਸ ਜਦੋਂ ਗੱਲ ਦਾ ਉਸ ਬਿੰਦਰਾ ਰਾਖਸ਼ਣੀ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਵਿਸ਼ਨੂੰ ਹੈ, ਮੇਰੇ ਪਤੀ ਦਾ ਰੂਪ ਬਣਾ ਕੇ ਮੈਨੂੰ ਛਾਲਣ ਵਾਸਤੇ ਆਇਆ ਹੈ, ਤਾਂ ਉਸ ਨੇ ਸ਼ਰਾਪ ਦਿੱਤਾ ਵੀ ਜਾ ਤੂੰ ਹੁਣ ਪੱਥਰ ਬਣ, ਗੰਡਕਾ ਨਦੀ 'ਤੇ ਪੱਥਰ ਬਣ ਜਾ ਕੇ। ਅਤੇ ਉਸ ਸਮੇਂ ਵਿਸ਼ਨੂੰ ਜੀ ਵੀ ਕਹਿਣ ਲੱਗੇ ਵੀ ਜੇ ਮੈਂ ਪੱਥਰ ਬਣਾਂਗਾ ਤੂੰ ਤੁਲਸੀ ਬਣ ਕੇ ਮੇਰੇ 'ਤੇ ਉੱਪਰ ਚੜ੍ਹਦੀ ਰਹੇਂਗੀ। ਇਸ ਤਰ੍ਹਾਂ ਇੱਕ ਦੂਜੇ ਨੂੰ ਸ਼ਰਾਪ ਦੇਣਾ ਕੀਤੇ। ਉਸ ਸਮੇਂ ਤੋਂ ਮੰਨਦੇ ਨੇ ਕਿ ਜਿਹੜਾ ਵਿਸ਼ਨੂੰ ਹੈ ਉਹ ਗੰਡਕਾ ਨਦੀ 'ਤੇ ਕਾਲਾ ਪੱਥਰ ਹੁੰਦਾ ਹੈ, ਕਾਲੇ ਪੱਥਰ 'ਚ ਚਿੱਟੀ ਧਾਰੀ ਹੁੰਦੀ ਹੈ, ਉਹ ਵਿਸ਼ਨੂੰ ਹੈ। ਇਸ ਤਰ੍ਹਾਂ ਸ਼ਰਾਪ ਕਰਕੇ ਉੱਥੇ ਪਿਆ। ਮਹਾਰਾਜ ਕਹਿੰਦੇ ਇਹ ਵੀ ਰੋਗੀ ਹਨ ਭਾਈ। ਸੁਰੁਦਰਾ ਕਹਿੰਦੇ ਨੇ, ਰੁਦਰ ਨਾਮ ਹੈ ਸ਼ਿਵ ਜੀ ਦਾ। ਜਿਹੜਾ ਸ਼ਿਵ ਜੀ ਹੈ ਇਹ ਵੀ ਰੋਗੀ ਹੈ, ਕਿਉਂਕਿ ਜਿਸ ਸਮੇਂ ਵਿਸ਼ਨੂੰ ਜੀ ਨੇ ਸਾਧ ਸੰਗਤ ਆਪਣਾ ਇੱਕ ਅਵਤਾਰ ਬਣਾਉਣਾ ਕੀਤਾ। ਛੋਟੀ ਉਮਰ ਬੜਾ ਸੁੰਦਰ ਅਵਤਾਰ ਸੀ ਅਤੇ ਉਸ ਅਵਤਾਰ ਦੇ ਦਰਸ਼ਨ ਕਰਨ ਵਾਸਤੇ ਸ਼ਿਵ ਜੀ ਨੇ ਕਿਹਾ ਕਿ ਮੈਨੂੰ ਉਹ ਆਪਣਾ ਸਰੂਪ ਦਿਖਾਓ, ਪਰ ਵਿਸ਼ਨੂੰ ਨਾ ਮੰਨੇ। ਪਰ ਉਸ ਸਮੇਂ ਸ਼ਿਵ ਜੀ ਨੇ ਵਾਰ-ਵਾਰ ਕਹਿਣ 'ਤੇ ਵਿਸ਼ਨੂੰ ਜੀ ਨੇ ਜਦੋਂ ਆਪਣਾ ਉਹ ਰੂਪ ਬਣਾਉਣਾ ਕੀਤਾ ਅਤੇ ਸ਼ਿਵ ਜੀ ਪਿੱਛੇ ਲੱਗ ਪਿਆ। ਉਸ ਸਮੇਂ ਇਸ ਦੀ ਧਾਤੂ ਤੋਂ ਮੰਨਿਆ ਜਾਂਦਾ ਹੈ ਮਛਿੰਦਰ ਨਾਥ, ਗੋਰਖਨਾਥ,
ਇਹ ਜੋਗੀ ਪੈਦਾ ਹੋਏ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕੇ ਹਨੂਮਾਨ ਦਾ ਵੀ ਜਨਮ ਉਸੇ ਸਮੇਂ ਹੋਇਆ ਸੀ। ਮਹਾਰਾਜ ਕਹਿੰਦੇ ਇਹ ਰੋਗੀ ਹਨ। ਹੰਕਾਰ ਦਾ ਰੋਗ ਵੀ ਇਹਨਾਂ ਨੂੰ ਲੱਗਿਆ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਇਹ ਤਿੰਨੇ ਜਿਹੜੇ ਰੋਗੀ ਹਨ, ਹਉਮੈ ਵਿੱਚ ਕਾਰ ਕਰਦੇ ਨੇ। ਵਾਹਿਗੁਰੂ ਪਰਮਾਤਮਾ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਪੈਦਾ ਕਰਨ ਵਾਸਤੇ, ਵਿਸ਼ਨੂੰ ਨੂੰ ਸ੍ਰਿਸ਼ਟੀ ਪਾਲਣ ਵਾਸਤੇ, ਔਰ ਸ਼ਿਵ ਜੀ ਨੂੰ ਸ੍ਰਿਸ਼ਟੀ ਦਾ ਸੰਘਾਰ ਕਰਨ ਵਾਸਤੇ ਕੰਮ ਦਿੱਤਾ ਹੋਇਆ ਹੈ। ਪਰ ਇਹ ਪਰਮਾਤਮਾ ਨੂੰ ਭੁੱਲ ਕੇ ਆਪਣੀ ਪੂਜਾ ਵਿੱਚ ਲੋਕਾਂ ਨੂੰ ਲਾ ਲੈਂਦੇ ਨੇ। ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਿੱਤਰ ਨਾਟਕ ਵਿੱਚ ਬਚਨ ਕੀਤੇ ਨੇ ਕਿ ਦੁਨੀਆ ਵਿੱਚ ਪਰਮਾਤਮਾ ਨੇ ਬੜੇ ਮਹਾਨ ਜੀਵ ਭੇਜੇ। ਉਹਨਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਾਇਆ, ਸਗੋਂ ਆਪਣੀ ਪੂਜਾ ਵਿੱਚ ਲਾ ਲੈਣਾ ਕੀਤਾ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਇਹ ਤਿੰਨੇ ਗੁਣੇ ਰੋਗੀ ਹਨ। ਬ੍ਰਹਮਾ ਜੀ ਰਜੋ ਗੁਣ ਵਿੱਚ, ਵਿਸ਼ਨੂੰ ਸਤੋ ਗੁਣ ਵਿੱਚ, ਤੇ ਮਹਾਦੇਵ ਸ਼ਿਵ ਜੀ ਇਹ ਤਮੋ ਗੁਣ ਵਿੱਚ ਭੁੱਲੇ ਹੋਏ ਨੇ। ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸਹਿ ਨ ਚੇਤਹਿ ਬਪੁੜੇ। ਜਿਸ ਪਰਮਾਤਮਾ ਨੇ ਇਹਨਾਂ ਨੂੰ ਬਣਾਇਆ, ਹੁਣ ਸਾਨੂੰ ਵੀ ਤਾਂ ਪਰਮਾਤਮਾ ਨੇ ਜੀਵਨ ਦਿੱਤਾ ਹੈ ਨਾ। ਤੇ ਜੇ ਅਸੀਂ ਪਰਮਾਤਮਾ ਤੋਂ ਭੁੱਲੇ ਹੋਏ ਹਾਂ ਤਾਂ ਸਤਿਗੁਰਾਂ ਨੇ ਸਾਨੂੰ ਵੀ ਰੋਗੀ ਆਖਿਆ ਵੀ ਇਹ ਮਾਇਆ ਵਿੱਚ ਲੱਗ ਕੇ ਪਰਮਾਤਮਾ ਤੋਂ ਭੁੱਲੇ ਹੋਏ ਨੇ। ਇਸ ਤਰ੍ਹਾਂ ਹੀ ਉਹ ਵੀ ਹਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ। ਉਹ ਵੀ ਸਤਿਗੁਰੂ ਕਹਿੰਦੇ ਤਿੰਨਾਂ ਗੁਣਾ ਕਰਕੇ ਪਰਮਾਤਮਾ ਤੋਂ ਭੁੱਲੇ ਹੋਏ ਨੇ। ਜਿਨ ਕੀਏ ਤਿਸਹਿ ਨ ਚੇਤਹਿ ਬਪੜੇ, ਹਰ ਗੁਰਮੁਖ ਸੋਝੀ ਪਾਈ। ਜਿਹੜੇ ਗੁਰਮੁਖ ਨੇ ਉਹਨਾਂ ਨੇ ਸੋਝੀ ਪ੍ਰਾਪਤ ਕੀਤੀ ਹੈ ਕਿ ਪਰਮਾਤਮਾ ਤੋਂ ਭੁੱਲਣ ਕਰਕੇ ਦੁੱਖ ਹੀ ਦੁੱਖ ਹੈ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ, ਵਿੱਚ ਹਉਮੈ ਕਾਰ ਕਮਾਈ। ਪੰਡਿਤ ਪੜ੍ਹ ਪੜ੍ਹ ਮੋਨੀ ਭੁੱਲੇ। ਜਿਹੜੇ ਪੰਡਿਤ ਨੇ, ਵਿਦਵਾਨ ਹਨ, ਉਹ ਵੀ ਪੜ੍ਹ ਪੜ੍ਹ ਕਰਕੇ ਗ੍ਰੰਥਾਂ ਨੂੰ ਭੁੱਲੇ ਹੋਏ ਹਨ। ਦੂਜੇ ਭਾਏ ਜਿਤ ਲਾਇਆ, ਉਹਨਾਂ ਨੇ ਦੂਜੇ ਭਾ ਦਵੈਤ ਵਿੱਚ ਆਪਣਾ ਚਿੱਤ ਜੋੜਿਆ ਹੋਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਬਿਨ ਗੁਰ ਤਤ ਨ ਪਾਇਆ। ਜੋਗੀ ਵੀ ਜੰਗਮ ਜਿਹੜੇ ਟੱਲੀਆਂ ਵਜਾਉਂਦੇ ਨੇ, ਸੰਨਿਆਸੀ ਹਨ, ਇਹ ਵੀ ਭੁੱਲੇ ਹੋਏ ਨੇ ਪਰਮਾਤਮਾ ਤੋਂ, ਕਿਉਂਕਿ ਇਹਨਾਂ ਨੇ ਗੁਰੂ ਨੂੰ ਧਾਰਨ ਕੀਤਾ। ਗੁਰੂ ਤੋਂ ਬਿਨਾਂ ਤੱਤ ਸਿਧਾਂਤ ਨੂੰ ਨਹੀਂ ਜਾਣਿਆ ਜਾਂਦਾ। ਮਨਮੁਖ ਜਿਹੜੇ ਹਨ ਉਹ ਵੀ ਸਤਿਗੁਰੂ ਕਹਿੰਦੇ ਪਰਮਾਤਮਾ ਤੋਂ ਭੁੱਲੇ ਹੋਏ ਨੇ। ਇਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮਾ ਵਿਸ਼ਨ ਸੁਰੁਦਰਾ, ਰੋਗੀ ਸਗਲ ਸੰਸਾਰ। ਇਹ ਵੀ ਰੋਗੀ ਹਨ ਤੇ ਸਾਰਾ ਸੰਸਾਰ ਹੀ ਰੋਗੀ ਹੈ। ਸਾਰੇ ਸੰਸਾਰ ਵਿੱਚ ਹਉਮੈ ਦਾ ਰੋਗ ਜੀਵਾਂ ਨੂੰ ਲੱਗਿਆ ਹੋਇਆ ਹੈ, ਵਿਕਾਰ ਲੱਗੇ ਹੋਏ ਹਨ। ਹਰ ਪਦ ਚੀਨ ਪਏ ਸੇ ਭੁਗਤੇ, ਗੁਰ ਕਾ ਸ਼ਬਦ ਵਿਚਾਰਾ। ਹੁਣ ਰੋਗ ਤੋਂ ਰਹਿਤ ਕੌਣ ਹੁੰਦਾ ਹੈ? ਜਿਹੜਾ ਹਰੀ ਪਰਮਾਤਮਾ ਦੇ ਪਦਵੀ ਨੂੰ ਚੀਨ ਜਾਣ ਲੈਂਦਾ ਹੈ। ਜਿਹੜੇ ਪਰਮਾਤਮਾ ਦੇ ਕੇਵਲ ਮੁਕਤੀ ਨੂੰ ਜਾਣਦੇ ਨੇ, ਜਿਨ੍ਹਾਂ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਦਰਗਹਿ, ਦਰਗਾਹ ਵਿੱਚ ਜਾ ਕਰਕੇ ਉਹ ਪਤ ਇੱਜ਼ਤ ਨੂੰ ਪ੍ਰਾਪਤ ਕਰਦੇ ਨੇ। ਜਿਨ੍ਹਾਂ ਨੇ ਹੁਕਮ ਮੰਨਿਆ ਉਹ ਸੰਸਾਰ ਵਿੱਚ ਵੀ ਪ੍ਰਵਾਨ ਹਨ। ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਹੁਕਮ ਨੂੰ ਮੰਨਿਆ ਉਹਨਾਂ ਨੇ ਵਿਕਾਰਾਂ ਨੂੰ ਛੱਡਿਆ ਹੈ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਬਚਨ ਕਰਦੇ ਨੇ, ਸੰਸਾਰ ਵਿੱਚ ਪਰਮਾਤਮਾ ਅਨੇਕਾਂ ਰੂਪ ਹੋ ਕੇ ਸਮਾਇਆ ਹੋਇਆ ਹੈ, ਔਰ ਉਸ ਵਾਹਿਗੁਰੂ ਨੇ ਸਾਰਾ ਸੰਸਾਰ ਆਪਣੇ ਤੋਂ ਪੈਦਾ ਕੀਤਾ ਹੋਇਆ। ਮਾਇਆ ਚਿੱਤਰ ਬਚਿੱਤਰ ਬਿਮੋਹਿਤ, ਬਿਰਲਾ ਬੂਝੈ ਕੋਈ, ਏਕ ਅਨੇਕ ਵਿਆਪਕ ਪੂਰਕ। ਇੱਕ ਹੀ ਪਰਮਾਤਮਾ ਅਨੇਕਾਂ ਰੂਪ ਹੋ ਕਰਕੇ ਵਿਆਪਕ ਰਿਹਾ ਹੈ ਸੰਸਾਰ ਦੇ। ਉਸਨੇ ਸਾਰੇ ਮਾਇਆ ਦੇ ਜਿੰਨੇ ਵੀ ਇਹ ਰੰਗ ਰੂਪ ਆਕਾਰ ਬਣਾਏ ਹੋਏ ਨੇ,
ਔਰ ਸਾਰਿਆਂ ਦੇ ਵਿੱਚ ਉਹਦੀ ਹੀ ਜੋਤ ਹੈ। ਉਹ ਆਪ ਹੀ ਸਾਰਿਆਂ ਦੇ ਅੰਦਰ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੰਭਾਰੈ। ਐਕੀ ਜਿਵੇਂ ਘੁਮਿਆਰ ਹੁੰਦਾ ਨਾ, ਉਹ ਮਿੱਟੀ ਇੱਕ ਥਾਂ ਤੋਂ ਲੈ ਕੇ ਆਉਂਦਾ, ਐਕੀ ਉਹਦੇ ਕੋਲ ਪਾਣੀ ਹੁੰਦਾ, ਉਸ ਮਿੱਟੀ ਨੂੰ ਗੁੰਨ ਕਰਕੇ ਕਈ ਤਰ੍ਹਾਂ ਦੇ ਬਰਤਨ ਬਣਾ ਲੈਂਦਾ। ਮਿੱਟੀ ਤਾਂ ਇੱਕ ਥਾਂ ਤੋਂ ਹੀ ਲਿਆਂਦੀ, ਅਤੇ ਘੁਮਿਆਰ ਵੀ ਇੱਕ ਹੀ ਹੁੰਦਾ, ਪਰ ਸਾਧ ਸੰਗਤ ਉਹ ਭਾਂਡੇ ਕਈ ਤਰ੍ਹਾਂ ਦੇ ਬਣਾ ਲੈਂਦਾ, ਵੱਡੇ ਛੋਟੇ ਕਈ ਤਰ੍ਹਾਂ ਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਵੀ ਘੁਮਿਆਰ ਹੈ, ਜਿਸ ਨੇ ਪੰਜ ਤੱਤਾਂ ਰੂਪ ਮਿੱਟੀ ਨੂੰ ਲੈ ਕਰਕੇ ਗੁੰਨਣਾ ਕੀਤਾ, ਆਪਣੀ ਚੇਤਨ ਸ਼ਕਤੀ ਪਾ ਕਰਕੇ ਸਰੀਰਾਂ ਨੂੰ ਭਾਂਡੇ ਬਣਾਏ ਹੋਏ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੰਭਾਰੈ। ਕਹਿੰਦੇ ਕੋਈ ਫਰਕ ਨਹੀਂ ਉਸ ਪਰਮਾਤਮਾ ਵਿੱਚ ਤੇ ਜੀਵ ਦੇ ਵਿੱਚ, ਸਾਰੇ ਉਸ ਦਾ ਹੀ ਰੂਪ ਹਨ। ਜਿਨ੍ਹਾਂ ਨੇ ਇਸ ਪਦ ਨੂੰ ਜਾਣਿਆ, ਨਿਰਵਾਣ ਪਦਵੀ, ਜਿਨ੍ਹਾਂ ਨੇ ਆਪਣੇ ਅੰਦਰ ਪਰਮਾਤਮਾ ਨੂੰ ਦੇਖਿਆ ਹੈ, ਆਪਣੀ ਹਉਮੈ ਦੂਰ ਕਰਕੇ ਉਹ ਮੁਕਤ ਹੋ ਗਏ ਹਨ। ਗੁਰ ਕਾ ਸ਼ਬਦ ਵਿਚਾਰਾ, ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕੀਤੀ, ਨਾਮ ਦੇ ਨਾਲ ਬਾਣੀ ਦੇ ਨਾਲ ਜੁੜਨਾ ਕੀਤਾ। ਰੋਗੀ ਸਾਧ ਸਮੁੰਦ ਸਨਦੀਆ, ਖੰਡ ਪਤਾਲ ਸੇ ਰੋਗ ਭਰੇ। ਸਤਿਗੁਰੂ ਕਹਿੰਦੇ ਭਾਈ, ਜਿਹੜੇ 7 ਸਮੁੰਦਰ ਹਨ ਤੇ ਸਨਦੀਆਂ, ਨਦੀਆਂ ਜਿਹੜੀਆਂ ਪਾਣੀ ਨਾਲ ਭਰੀਆਂ ਹੋਈਆਂ ਸਮੁੰਦਰਾਂ ਵਿੱਚ ਜਾ ਕੇ ਪੈਂਦੀਆਂ ਨੇ, 999 ਨਦੀਆਂ ਸਮੁੰਦਰ 'ਚ ਜਾ ਕੇ ਪੈਂਦੀਆਂ ਨੇ, ਫਿਰ ਵੀ ਸਮੁੰਦਰ ਉਛਲਦਾ ਨਹੀਂ ਹੈ, ਵੱਧਦਾ ਘਟਦਾ ਨਹੀਂ ਹੈ। ਕਿਉਂ? ਨਦੀਆਂ ਦਾ ਪਾਣੀ ਜਿਹੜਾ ਹੈ ਸਮੁੰਦਰ 'ਚ ਜਾ ਕਰਕੇ ਇੱਕ ਰੂਪ ਹੋ ਜਾਂਦਾ ਹੈ। ਸਮੁੰਦਰ ਬੜਾ ਹੀ ਵਿਸ਼ਾਲ ਹੈ। ਅਤੇ ਮਹਾਰਾਜ ਕਹਿੰਦੇ ਭਾਈ, ਜਿਹੜੇ 7 ਸਮੁੰਦਰ ਹਨ, ਖੀਰ ਸਮੁੰਦਰ, ਦੁੱਧ ਸਮੁੰਦਰ, ਘਿਓ ਸਮੁੰਦਰ, ਖਾਰੇ ਪਾਣੀ ਦਾ ਸਮੁੰਦਰ, ਮਿੱਠੇ ਪਾਣੀ ਦਾ ਸਮੁੰਦਰ, ਜਾਂ ਕਹਿ ਲਈਏ ਦੁੱਧ ਸਮੁੰਦਰ ਅਤੇ ਸ਼ਹਿਦ ਦਾ ਸਮੁੰਦਰ, ਇਹ ਮੰਨੇ ਜਾਂਦੇ ਨੇ 7 ਸਮੁੰਦਰ। ਇਹਨਾਂ ਸਮੁੰਦਰਾਂ ਵਿੱਚ ਜਿਹੜੀਆਂ ਨਦੀਆਂ ਪੈਂਦੀਆਂ ਨੇ ਜਾ ਕਰਕੇ, ਇਹ ਵੀ ਮਹਾਰਾਜ ਕਹਿੰਦੇ ਭਾਈ ਰੋਗੀ ਹਨ। ਰੋਗੀ 7 ਸਮੁੰਦ ਸਨਦੀਆ, ਜਿਹੜੇ 7 ਸਮੁੰਦਰ ਨੇ ਸਾਧ ਸੰਗਤ, 5 ਕਹਿ ਲਈਏ ਗਿਆਨ ਇੰਦਰੇ, ਮਨ ਅਤੇ ਬੁੱਧ, ਅਤੇ ਜਿਹੜੇ ਕਰਮ ਇੰਦਰੇ ਨੇ, ਇਹ ਸਾਰੇ ਹੀ ਸਤਿਗੁਰੂ ਕਹਿੰਦੇ ਰੋਗੀ ਹਨ। ਖੰਡ ਪਤਾਲ ਸੇ ਰੋਗ ਭਰੇ, ਜਿਹੜੇ 9 ਖੰਡ ਮੰਨੇ ਜਾਂਦੇ ਨੇ, 7 ਪਤਾਲ ਅਤੇ 7 ਲੋਕ ਮੰਨੇ ਜਾਂਦੇ ਨੇ, ਇਹ ਵੀ ਰੋਗਾਂ ਦੇ ਨਾਲ ਹੀ ਭਰੇ ਹੋਏ ਹਨ। ਇਹਨਾਂ ਵਿੱਚ ਰਹਿਣ ਵਾਲੇ ਜੀਵ ਵੀ, ਭਾਵੇਂ ਉਹ ਨਦੀਆਂ ਵਿੱਚ ਰਹਿੰਦੇ ਨੇ, ਭਾਵੇਂ ਸਮੁੰਦਰ ਵਿੱਚ ਰਹਿਣ ਵਾਲੇ ਨੇ, ਭਾਵੇਂ ਖੰਡਾਂ ਵਿੱਚ, ਪਤਾਲਾਂ ਵਿੱਚ, ਸਾਰੇ ਹੀ ਰੋਗਾਂ ਦੇ ਨਾਲ ਭਰੇ ਹੋਏ ਹਨ। ਹਰ ਕੇ ਲੋਕ ਸੇ ਸਾਚ ਸੁਹੇਲੇ, ਸਰਬੀ ਥਾਈ ਨਦਰ ਕਰੇ। ਜਿਹੜੇ ਹਰੀ ਪਰਮਾਤਮਾ ਦੇ ਲੋਕ ਭਗਤ ਹਨ, ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਮਹਾਂਪੁਰਖ ਹਨ, ਉਹ ਸੱਚ ਨਾਲ ਜੁੜ ਕਰਕੇ ਸੁਹੇਲੇ ਸੁਖੀ ਹੋ ਗਏ। ਉਹ ਫਿਰ ਹਉਮੈ ਨਹੀਂ ਕਰਦੇ, ਹਉਮੈ ਵਿੱਚ ਲੱਗ ਕਰਕੇ ਫਸਦੇ ਨਹੀਂ ਹਨ। ਦੇਖੋ, ਹਉਮੈ ਵਿੱਚ ਜੀਵ ਪਰਮਾਤਮਾ ਤੋਂ ਭੁੱਲ ਜਾਂਦਾ ਹੈ, ਔਰ ਕਈ ਤਰ੍ਹਾਂ ਦੇ ਆਪਣੇ ਮਹਿਲ, ਆਪਣੇ ਵਿਚਾਰ ਪੈਦਾ ਕਰਦਾ ਹੈ। ਪਰਮਾਤਮਾ ਤੋਂ ਭੁੱਲ ਕਰਕੇ, ਬੇਮੁਖ ਹੋਣ ਕਰਕੇ ਜੀਵ ਭਟਕਦਾ ਵੀ ਹੈ। ਪਰ ਜਿਹੜੇ ਮਹਾਂਪੁਰਖ ਨੇ, ਉਹ ਸਦਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਸਦਾ ਹੀ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਉਹਨਾਂ ਨੇ ਇਹੀ ਜਾਣਿਆ ਕਿ ਇੱਕ ਪਰਮਾਤਮਾ ਹੀ ਸੱਤ ਹੈ, ਅਤੇ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ, ਸੱਤ ਵਿੱਚ ਮਿਲ ਜਾਵਾਂਗੇ, ਪਰਮਾਤਮਾ ਨਾਲ ਸਾਡੀ ਏਕਤਾ ਹੋ ਜਾਵੇਗੀ। ਇਸ ਤਰ੍ਹਾਂ ਸਤਿਗੁਰੂ ਦੱਸਦੇ ਨੇ ਭਾਈ, ਹਰ ਕੇ ਲੋਕ ਸੇ ਸਾਚ ਸੁਹੇਲੇ, ਜਿਹੜੇ ਹਰੀ ਪਰਮਾਤਮਾ ਦੇ ਲੋਕ ਭਗਤ ਨੇ, ਉਹ ਸੱਚ ਨਾਲ ਜੁੜ ਕੇ ਸੁਹੇਲੇ ਸੁਖੀ ਹੋ ਗਏ ਹਨ। ਸਰਬੀ ਥਾਈ ਨਦਰ ਕਰੇ, ਉਹ ਸਭ ਥਾਵਾਂ 'ਤੇ
ਵਾਹਿਗੁਰੂ ਨੂੰ ਹੀ ਨਦਰ ਦੇਖਦੇ ਹਨ। ਸਰਬੇ ਥਾਈ ਨਦਰ ਕਰੇ, ਜੋ ਸਾਰੇ ਥਾਵਾਂ 'ਤੇ ਆਪਣੀ ਨਜ਼ਰ ਮਿਹਰ ਕਰ ਰਿਹਾ ਹੈ, ਨਦਰ ਪਾ ਰਿਹਾ ਹੈ, ਉਸ ਪ੍ਰਮਾਤਮਾ ਨੂੰ ਹੀ ਆਪਣੇ ਹਿਰਦੇ ਵਿੱਚ ਰਚਨਾ ਕਰਦੇ ਹਨ। ਰੋਗੀ ਖੜ ਦਰਸ਼ਨ ਬੇਗਤਾਗੀ, ਨਾਨਾ ਹਠੀ ਅਨੇਕਾ। ਫਿਰ 6 ਦਰਸ਼ਨ ਜੰਗਮ, ਜੋਗੀ, ਸੰਨਿਆਸੀ, ਸਰੇਵੜੇ, ਤੇ ਇਹ ਜਿਹੜੇ 6 ਦਰਸ਼ਨ ਮੰਨੇ ਜਾਂਦੇ ਨੇ। ਇਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਤੇ ਜਿਹੜੇ ਭੇਖ ਧਾਰੀ ਨੇ, ਭੇਖਾਂ ਨੂੰ ਬਣਾਉਣ ਵਾਲੇ, ਭਾਵੇਂ ਜੋਗੀ ਹਨ, ਭਾਵੇਂ ਅਵਧੂਤ ਨੇ, ਭਾਵੇਂ ਦਿਗੰਬਰ ਨੇ, ਭਾਵੇਂ ਉਦਾਸੀ ਨੇ, ਇਹ ਸਾਰੇ ਭੇਖਾਂ ਨੂੰ ਬਣਾਉਣ ਵਾਲੇ। ਨਾਨਾ ਹਠੀ ਅਨੇਕਾ, ਨਾਨਾ ਤਰ੍ਹਾਂ ਅਨੇਕਾਂ ਤਰ੍ਹਾਂ ਦੇ ਨਾਲ ਹੱਠ ਕਰਨ ਵਾਲੇ, ਧੂਣੀਆਂ ਤਪਾ ਕੇ ਹੱਠ ਕਰਦੇ ਨੇ, ਜਲ ਧਾਰੇ ਕਰਕੇ ਹੱਠ ਕਰਦੇ ਨੇ, ਤਪ ਰੱਖਦੇ ਨੇ, ਸੰਜਮ ਰੱਖਦੇ ਨੇ। ਕਈ ਤਰ੍ਹਾਂ ਦੇ ਜੀਵ ਹੱਠ ਕਰਕੇ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਦਾ ਹੈ। ਇਹ ਸਾਰੇ ਹੀ ਰੋਗੀ ਹਨ ਹਉਮੈ ਕਰਕੇ। ਵੇਦ ਕਤੇਬ ਕਰਹਿ ਗਹਿ ਬਪਰੇ, ਨਹਿ ਬੁਝਹਿ ਇਕ ਏਕਾ। ਮਹਾਰਾਜ ਕਹਿੰਦੇ ਜਿਹੜੇ 4 ਵੇਦ ਹਨ ਤੇ 4 ਹੀ ਕਤੇਬ ਹਨ। ਹਿੰਦੂ ਧਰਮ ਦੇ ਵਿੱਚ 4 ਵੇਦ ਮੰਨੇ ਜਾਂਦੇ ਨੇ ਤੇ ਇਸਲਾਮ ਧਰਮ ਵਿੱਚ 4 ਕਤੇਬਾਂ ਮੰਨੀਆਂ ਜਾਂਦੀਆਂ ਨੇ। ਕਰਹਿ ਕਹਿ ਬਪਰੇ, ਇਹ ਵਿਚਾਰੇ ਕੀ ਕਰ ਸਕਦੇ ਨੇ? ਇਹਨਾਂ ਨੂੰ ਪੜ੍ਹਨ ਵਾਲੇ ਵਿਚਾਰੇ ਕੀ ਕਰ ਸਕਦੇ ਨੇ? ਕਿਉਂ? ਨਹਿ ਬੁਝਹਿ ਇਕ ਏਕਾ, ਉਹਨਾਂ ਨੇ ਇੱਕ ਪਰਮਾਤਮਾ ਤਾਂ ਬੁੱਝਿਆ ਹੀ ਨਹੀਂ ਕਿਸੇ ਵਿੱਚ, ਵੀ ਸਾਰਿਆਂ ਵਿੱਚ ਇੱਕ ਹੀ ਹੈ। ਇੱਕ ਹੀ ਉਹ ਅਨੇਕ ਹੋ ਕਰਕੇ ਸਮਾਇਆ ਹੋਇਆ ਹੈ। ਜਿਵੇਂ ਸੂਰਜ ਤਾਂ ਇੱਕ ਹੀ ਹੈ ਨਾ, ਪਰ ਵੇਖੋ ਧਰਤੀ 'ਤੇ ਹਰ ਦੇਸ਼, ਹਰ ਜਗ੍ਹਾ 'ਤੇ ਉਹਦਾ ਪ੍ਰਕਾਸ਼ ਹੈ, ਉਹਦੀ ਮਹਿਮਾ ਹੈ, ਸਾਰੇ ਉਸ ਨੂੰ ਜਾਣਦੇ ਨੇ। ਉਹਦੀ ਗਰਮੈਸ਼, ਉਹਦਾ ਚਾਨਣ, ਉਹਦੀਆਂ ਕਿਰਨਾਂ ਹਨ ਤਾਂ ਇੱਕ ਹੀ, ਪਰ ਸਾਰਿਆਂ ਵਿੱਚ ਉਹ ਆਪਣਾ ਪ੍ਰਕਾਸ਼ ਕਰਦਾ ਹੈ। ਪਰਮਾਤਮਾ ਹੈ ਇੱਕ ਹੀ, ਪਰ ਉਹ ਸਾਰਿਆਂ ਵਿੱਚ ਜੋਤ ਰੂਪ ਹੋ ਕਰਕੇ ਵਸਿਆ ਹੋਇਆ ਹੈ। ਨਹਿ ਬੁਝਹਿ ਇਕ ਏਕਾ, ਇੱਕ ਏਕਾ ਕਰਕੇ ਪਰਮਾਤਮਾ ਨੂੰ ਨਹੀਂ ਬੁੱਝਦੇ, ਜਾਂ ਇੱਕ ਪਰਮਾਤਮਾ ਨੂੰ ਆਪਣੇ ਅੰਦਰ ਏਕਤਾ ਕਰਕੇ ਨਹੀਂ ਬੁੱਝਦੇ ਹਨ। ਮਿਠ ਰਸ ਖਾਏ ਸੋ ਰੋਗ ਪਰੀਚੈ, ਕੰਦ ਮੂਲ ਸੁਖ ਨਾਹੀ। ਜਿਹੜੇ ਬਾਹਲੇ ਮਿੱਠੇ ਰਸ ਖਾਂਦੇ ਨੇ, ਮਿੱਠੇ ਭੋਜਨ ਖਾਂਦੇ ਨੇ, ਉਹ ਵੀ ਸਤਿਗੁਰੂ ਕਹਿੰਦੇ ਰੋਗ ਦੇ ਨਾਲ ਭਰੇ ਹੋਏ ਹਨ। ਅੱਜ ਕੱਲ੍ਹ ਦੇਖੋ ਸ਼ੂਗਰ ਦੀ ਬਿਮਾਰੀ ਕਿੰਨੀ ਚੱਲੀ ਹੈ। ਤਾਂ ਇਸ ਤਰ੍ਹਾਂ ਜਿਹੜੇ ਬਾਹਲਾ ਮਿੱਠਾ ਖਾਣ ਵਾਲੇ ਨੇ ਉਹ ਵੀ ਰੋਗਾਂ ਦੇ ਨਾਲ ਭਰੇ ਨੇ। ਮਿੱਠੇ ਤੋਂ ਭਾਵ ਭੋਗ, ਵੀ ਜਿਹੜੇ ਬਾਹਲੇ ਪਦਾਰਥ ਚਾਹੁੰਦੇ ਨੇ ਵੀ ਆਹ ਵੀ ਪਦਾਰਥ ਆ ਜੇ, ਆਹ ਵੀ ਪਦਾਰਥ ਸਾਨੂੰ ਚੰਗਾ ਲੱਗਦਾ ਹੈ, ਮਾਇਆ ਮਿੱਠੀ ਲੱਗਦੀ ਹੈ, ਉਹ ਵੀ ਸਤਿਗੁਰੂ ਕਹਿੰਦੇ ਰੋਗਾਂ ਨਾਲ ਭਰੇ ਹੋਏ ਨੇ। ਕੰਦ ਮੂਲ ਸੁਖ ਨਾਹੀ, ਜਿਹੜੇ ਕੰਦ ਮੂਲ ਖਾਂਦੇ ਨੇ, ਕੰਦ ਨਾਮ ਹੁੰਦਾ ਜੜ੍ਹਾਂ ਦਾ। ਇੱਕ ਤਾਂ ਸਾਧ ਸੰਗਤ ਜਿਹੜੇ ਪੱਤੇ ਹੁੰਦੇ ਨੇ, ਪੱਤੇ ਅਸੀਂ ਦੇਖਦੇ ਹਾਂ, ਫਲ ਹੁੰਦੇ ਨੇ ਜਿਹੜੇ ਬਾਹਰ ਲੱਗਦੇ ਨੇ, ਅਤੇ ਇੱਕ ਮੂਲ ਜੜ੍ਹਾਂ, ਜਿਹੜੇ ਜਿਵੇਂ ਸ਼ਲਗਮ ਹੋ ਗਿਆ, ਸ਼ਕਰਕੰਦੀ ਹੋ ਗਈ, ਮੂਲੀ ਹੋ ਗਈ, ਗੰਢਾ, ਆਲੂ, ਇਹ ਧਰਤੀ ਦੇ ਵਿੱਚ ਉੱਗਣ ਵਾਲੇ ਨੇ, ਇਹਨਾਂ ਨੂੰ ਮੂਲ ਪਦਾਰਥ ਕਹਿੰਦੇ ਨੇ। ਜਿਹੜੇ ਧਰਤੀ ਤੋਂ ਬਾਹਰ ਹੁੰਦੇ ਹਨ ਉਹਨਾਂ ਨੂੰ ਕੰਦ ਕਿਹਾ ਜਾਂਦਾ ਹੈ। ਕੰਦ ਮੂਲ ਖਾ ਕੇ ਗੁਜ਼ਾਰਾ ਕਰਨ ਵਾਲੇ, ਉਹਨਾਂ ਨੇ ਵੀ ਸੁੱਖ ਨਾਹੀ, ਸੁੱਖ ਨਹੀਂ ਪ੍ਰਾਪਤ ਕੀਤਾ। ਨਾਮ ਅਨੁਸਾਰ ਚੱਲਹਿ ਅਨਮਾਰਗ, ਅੰਤ ਕਾਲ ਪਛਤਾਹੀ। ਜਿਹੜੇ ਜੀਵ ਪਰਮਾਤਮਾ ਦੇ ਨਾਮ ਨੂੰ ਭੁਲਾ ਕੇ ਹੋਰ ਰਸਤੇ 'ਤੇ ਚੱਲਦੇ ਨੇ, ਵੀ ਆਪਾਂ ਨੂੰ ਤਾਂ ਇਹੋ ਜਿਹਾ ਜੀਵਨ ਠੀਕ ਹੈ, ਮਹਾਰਾਜ ਕਹਿੰਦੇ ਭਾਈ ਅੰਤ ਕਾਲ ਪਛਤਾਹੀ, ਉਹਨਾਂ ਨੂੰ ਵੀ ਅੰਤ ਦੇ ਸਮੇਂ ਪਛਤਾਤਾਪ ਕਰਨਾ ਪੈਂਦਾ ਹੈ। ਇਹ ਨਹੀਂ ਵੀ ਮਾਇਆ ਦੇ ਢੇਰ ਲੱਗੇ ਪਏ ਨੇ, ਕੋਲੇ ਬੜੇ ਨੌਕਰ ਚਾਕਰ ਖੜ੍ਹੇ ਨੇ, ਗੱਡੀਆਂ ਖੜ੍ਹੀਆਂ ਨੇ, ਮਰਸਡੀ ਗੱਡੀਆਂ, ਅਤੇ ਵੀ ਉਹ ਸੋਨੇ ਵਿੱਚ ਹੀ ਤੁਰ ਜਾਵੇਗਾ ਦੁਨੀਆ 'ਚੋਂ। ਨਹੀਂ, ਪਛਤਾਤਾਪ ਉਹਨੂੰ ਵੀ ਕਰਨਾ ਪੈਂਦਾ ਵੀ ਮੈਂ ਤਾਂ ਮਿੱਟੀਓ ਹੀ ਸਵਾਹ ਇਕੱਠੀ ਕਰਦਾ ਰਹਿ ਗਿਆ, ਜਿਹੜੀ ਅਸਲ ਵਸਤੂ ਸੀ ਉਹ ਤਾਂ ਮੈਂ ਨਾਲ ਬੰਨੀ ਨਹੀਂ। ਨਾਮ ਨੂੰ ਭੁਲਾ ਕਰਕੇ ਜਿਹੜਾ ਵੀ ਜੀਵ ਹੋਰ ਰਸਤੇ 'ਤੇ ਚੱਲਦਾ ਹੈ, ਦੰਭੀਆਂ ਪਖੰਡੀਆਂ ਦੀ ਪੂਜਾ ਕਰੀ ਜਾਂਦੇ ਨੇ ਲੋਕ, ਮੜੀਆਂ ਮਸਾਣਾਂ 'ਤੇ ਜਾਂਦੇ ਨੇ, ਵਹਿਮਾਂ ਭਰਮਾਂ 'ਚ ਪਏ ਹੋਏ ਨੇ, ਅੰਤ ਦੇ ਸਮੇਂ ਉਹਨਾਂ ਨੂੰ ਵੀ ਪਛਤਾਤਾਪ ਕਰਨਾ ਪੈਂਦਾ ਵੀ ਅਸੀਂ ਤਾਂ ਆਪਣਾ ਕੀਮਤੀ ਜਨਮ ਗਵਾ ਲਿਆ। ਤੀਰਥ ਭਰਮੈ ਰੋਗ ਨ ਛੂਟਤ, ਪੜਿਆ ਬਾਤ ਵਿਵਾਦ ਭਇਆ। ਕਈ ਲੋਕ ਤੀਰਥਾਂ 'ਤੇ ਜਾ ਕੇ ਭਰਮਦੇ ਨੇ, ਤੀਰਥਾਂ 'ਤੇ ਇਸ਼ਨਾਨੀ ਬਣ ਜਾਂਦੇ ਨੇ। ਮਹਾਰਾਜ ਕਹਿੰਦੇ ਉੱਥੇ ਵੀ ਇਹ ਰੋਗ ਛੁੱਟਦਾ ਨਹੀਂ ਹਉਮੈ ਦਾ।
ਹਉਮੈ ਦੇ ਰੋਗ ਦੀ ਗੱਲ ਕਰ ਰਹੇ ਨੇ ਮਹਾਰਾਜ, ਵੀ ਉਹ ਵੀ ਹਉਮੈ ਵਿੱਚ ਹੁੰਦੇ ਨੇ ਵੀ ਮੈਂ ਤਾਂ ਇੰਨਾ ਤੀਰਥ ਇਸ਼ਨਾਨੀ ਆ, ਮੈਨੂੰ ਤਾਂ ਇੰਨੇ ਸਾਲ ਹੋ ਗਏ ਯਾਤਰਾ ਕਰਦੇ ਨੂੰ, ਮੈਂ ਤਾਂ ਹਰ ਵਾਰ ਜਾ ਕੇ ਤੀਰਥਾਂ 'ਤੇ ਇਸ਼ਨਾਨ ਕਰਦਾ, ਬੜਾ ਨੇਮੀ ਆ। ਉਹ ਵੀ ਹੰਕਾਰ ਰੂਪ ਰੋਗ ਦੇ ਨਾਲ ਭਰੇ ਹੋਏ ਨੇ। ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪਹੁ ਲੱਥੀ ਨਹਾਤੀ ਆ, ਦੋਏ ਭਾ ਚੜ੍ਹੀ ਅਸ ਹੋਰ। ਤਾਂ ਇਸ ਤਰ੍ਹਾਂ ਉਹਨਾਂ ਦੀ ਹਾਲਤ ਹੋ ਜਾਂਦੀ ਹੈ, ਰੋਗ ਹੋਰ ਲੱਗ ਜਾਂਦੇ ਨੇ। ਪੜ੍ਹਿਆ ਬਾਦ ਵਿਵਾਦ ਭਇਆ, ਜਿਹੜੇ ਪੜ੍ਹੇ ਲਿਖੇ ਨੇ ਗ੍ਰੰਥਾਂ ਨੂੰ, ਬੜੇ ਬੜੇ ਵਿਦਵਾਨ ਨੇ, ਉਹ ਸਤਿਗੁਰੂ ਕਹਿੰਦੇ ਝਗੜਿਆਂ ਵਿੱਚ ਲੱਗੇ ਹੋਏ ਨੇ, ਚਰਚਾ ਦੇ ਵਿੱਚ ਵਤੰਡਾਵਾਦ, ਕਈ ਤਰ੍ਹਾਂ ਦੇ ਵਾਦ ਵਿਵਾਦ ਕਰਦੇ ਨੇ। ਜਿਹੜਾ ਤਾਂ ਸਮਵਿਰਤ ਵਿਵਾਦ ਹੋਵੇ, ਸਹਿਮਤੀ ਵਾਲਾ ਹੋਵੇ, ਉਹਨੂੰ ਆਪਣਾ ਸਮਝ ਲੈਂਦੇ ਨੇ। ਜਿਹੜਾ ਪਰਕਿਰਤ ਵਿਵਾਦ ਹੋਵੇ, ਦੂਜੇ ਵਾਲਾ, ਉਹਦੇ ਨਾਲ ਝਗੜਾ ਕਰਦੇ ਨੇ। ਇਸ ਤਰ੍ਹਾਂ ਧਰਮ ਗ੍ਰੰਥਾਂ ਦਾ ਆਪਸ ਵਿੱਚ ਹੀ ਮਿਲਾਪ ਨਹੀਂ ਹੈ, ਉਹ ਵੀ ਝਗੜਾ ਕਰਦੇ ਪਏ ਨੇ। ਪੜ੍ਹਿਆ ਬਾਦ ਵਿਵਾਦ ਭਇਆ, ਜਿਹੜੇ ਪੜ੍ਹੇ ਲਿਖੇ ਨੇ ਉਹ ਝਗੜਿਆਂ ਦੇ ਵਿੱਚ ਵਿਅਰਥ ਹੋ ਗਏ। ਦੁਬਿਧਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੁਹਤਾਜ ਭਇਆ। ਜਿਹੜਾ ਦੁਬਿਧਾ ਵਿੱਚ ਜੀਵ ਪਿਆ ਹੋਇਆ ਨਾ, ਸਾਧ ਸੰਗਤ ਦੇਖੋ, ਜੀਵ ਧਰਮ ਕਰਮ ਵੀ ਕਰਦਾ ਹੈ ਅਤੇ ਪਖੰਡ ਵੀ ਕਰਦਾ ਹੈ, ਪੁੰਨ ਵੀ ਕਰੀ ਜਾਂਦਾ ਹੈ ਅਤੇ ਪਾਪ ਵੀ ਕਰੀ ਜਾਂਦਾ ਹੈ। ਨਾਮ ਵੀ ਜਪਣਾ ਚਾਹੁੰਦੇ ਨੇ, ਮਾਇਆ ਵਿੱਚ ਵੀ ਲੱਗੇ ਹੋਏ ਨੇ। ਦੁਬਿਧਾ ਦਾ ਰੋਗ ਸੋ ਅਧਿਕ ਵਡੇਰਾ, ਇਹ ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡਾ ਹੈ। ਅਸੀਂ ਆਮ ਆਪਣੀ ਜ਼ਿੰਦਗੀ 'ਚ ਕਿਹਾ ਵੀ ਬਈ ਇਹ ਵੀ ਕੰਮ ਕਰਨੇ ਪੈਂਦੇ ਨੇ, ਮਜਬੂਰੀ ਬਣ ਜਾਂਦੀ ਹੈ। ਕੋਈ ਪੁੱਤਰਾਂ ਧੀਆਂ ਦੇ ਆਖੇ ਲੱਗ ਕੇ ਮਾੜੇ ਕੰਮ ਕਰੀ ਜਾਂਦਾ ਹੈ, ਪਰਮਾਤਮਾ ਨੂੰ ਭੁਲਾ ਦਿੰਦੇ ਨੇ, ਅਤੇ ਮੀਟ ਸ਼ਰਾਬਾਂ ਵਿਆਹਾਂ 'ਚ ਚਲਾਉਂਦੇ ਨੇ। ਸੋ ਇਸ ਤਰ੍ਹਾਂ ਦੁਬਿਧਾ ਰੋਗ ਆ, ਇੱਕ ਪਾਸੇ ਧਰਮ ਵੀ ਕਮਾਉਂਦੇ ਨੇ, ਇੱਕ ਪਾਸੇ ਦੂਜਾ ਪਾਸਾ ਵੀ ਨਹੀਂ ਛੱਡਦੇ। ਅਧਿਕ ਵਡੇਰਾ, ਇਹ ਬਹੁਤ ਵੱਡਾ ਰੋਗ ਹੈ। ਮਹਾਰਾਜ ਕਹਿੰਦੇ ਮਾਇਆ ਕਾ ਮੁਹਤਾਜ ਭਇਆ, ਜੀਵ ਮਾਇਆ ਦਾ ਮੁਥਾਜ ਹੋ ਗਿਆ, ਮਾਇਆ ਦੇ ਅਨੁਸਾਰੀ ਹੋ ਗਿਆ, ਦੁਬਿਧਾ ਵਿੱਚ ਫਸ ਕਰਕੇ। ਗੁਰਮੁਖ ਸਾਚਾ ਸ਼ਬਦ ਸਲਾਹੈ, ਮਨ ਸਾਚਾ ਤਿਸ ਰੋਗ ਗਿਆ। ਜਿਹੜੇ ਗੁਰਮੁਖ ਨੇ ਉਹ ਸੱਚੇ ਸ਼ਬਦ ਨੂੰ, ਸਤਿਗੁਰਾਂ ਦੇ ਉਪਦੇਸ਼ ਨੂੰ ਸਲਾਹੁੰਦੇ ਨੇ, ਸਿਫਤ ਕਰਦੇ ਨੇ। ਮਨ ਸਾਚਾ ਤਿਸ ਰੋਗ ਗਿਆ, ਜਦੋਂ ਉਹਨਾਂ ਦੇ ਮਨ ਵਿੱਚ ਸੱਚਾ ਪਰਮਾਤਮਾ ਵਸ ਗਿਆ ਨਾ, ਅਤੇ ਹਿਰਦੇ 'ਚ ਜਿਹੜਾ ਰੋਗ ਸੀ ਹਉਮੈ ਦਾ, ਉਹ ਸਾਰਾ ਹੀ ਚਲਿਆ ਗਿਆ। ਜਿਨ੍ਹਾਂ ਦੇ ਮਨ ਵਿੱਚ ਸੱਚਾ ਪਰਮਾਤਮਾ ਆ ਕੇ ਵਸ ਜਾਂਦਾ ਹੈ, ਉਹਨਾਂ ਦਾ ਜਨਮ ਜਨਮ ਦਾ ਰੋਗ ਕੱਟਿਆ ਜਾਂਦਾ ਹੈ। ਨਾਨਕ ਹਰਿ ਜਨ ਅਣਜਨ ਨਿਰਮਲ, ਜਿਨ ਕਉ ਕਰਮ ਨਿਸ਼ਾਨ ਭਇਆ। ਸਤਿਗੁਰੂ ਮਹਾਰਾਜ ਕਹਿੰਦੇ ਭਾਈ, ਜਿਹੜੇ ਹਰੀ ਪਰਮਾਤਮਾ ਦੇ ਜਨ ਪਿਆਰੇ ਨੇ, ਉਹ ਤਾਂ ਦਿਨ ਰਾਤ ਨਿਰਮਲ ਪਵਿੱਤਰ ਹਨ, ਉਹ ਤਾਂ ਉਜਲ ਹਨ। ਕਿਉਂ? ਜਿਨ ਕੋ ਕਰਮ ਨਿਸ਼ਾਨ ਪਿਆ, ਜਿਨ੍ਹਾਂ ਦੇ ਕਰਮਾਂ ਵਿੱਚ ਵਾਹਿਗੁਰੂ ਨੇ ਆਪਣੀ ਭਗਤੀ ਦਾ, ਆਪਣੀ ਬੰਦਗੀ ਦਾ ਨਿਸ਼ਾਨ ਪਾ ਦਿੱਤਾ। ਨਿਸ਼ਾਨ ਹੀ ਹੈ ਨਾ। ਦੇਖੋ ਅਸੀਂ ਸਿੱਖ ਹਾਂ ਅਤੇ ਸਾਡੇ ਗਾਤਰਾ ਪਾਇਆ ਹੋਵੇ, ਦਸਤਾਰ ਬੰਨ੍ਹੀ ਹੋਵੇ, ਬੀਬੀਆਂ ਭੈਣਾਂ ਦੇ ਦਸਤਾਰ ਬੰਨ੍ਹੀ ਹੋਵੇ, ਅਤੇ ਸੋਹਣਾ ਸਰੂਪ ਦਿਸਦਾ ਹੈ, ਅਤੇ ਅੱਗੋਂ ਸਾਰਾ ਇਤਿਹਾਸ ਅਤੇ ਗੁਰੂ ਦੀ ਕਰਨੀ ਸਾਹਮਣੇ ਆ ਜਾਂਦੀ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਨੇ, ਗੁਰੂ ਘਰ ਦੇ ਸਿੱਖ ਨੇ। ਇਹਨਾਂ ਦਾ ਇਤਿਹਾਸ ਕੀ ਹੈ, ਇਹਨਾਂ ਦੀਆਂ ਕੁਰਬਾਨੀਆਂ ਕੀ ਹੈ, ਇਹ ਸਾਹਮਣੇ ਨਿਸ਼ਾਨ ਹੀ ਬਣਿਆ ਹੋਇਆ ਸਾਸ ਨੂੰ। ਇਸ ਤਰ੍ਹਾਂ ਜਿਹੜੇ ਭਗਤ ਹੁੰਦੇ ਨੇ, ਉਹਨਾਂ ਦੇ ਮਸਤਕ ਦੇ ਵਿੱਚ ਨਿਸ਼ਾਨ ਹੁੰਦਾ ਹੈ ਬੰਦਗੀ ਦਾ, ਅਤੇ ਉਹ ਉਸ ਬੰਦਗੀ ਦੇ ਨਿਸ਼ਾਨ ਕਰਕੇ ਸੁਖੀ ਹੋ ਰਹੇ ਨੇ, ਦਿਨ ਰਾਤ ਨਾਮ ਜਪ ਕੇ। ਸਹਿਜੇ ਹੀ ਉਹਨਾਂ ਦਾ ਜੀਵਨ ਹੀ ਐਸਾ ਬਣ ਗਿਆ। ਜਿਵੇਂ ਮਾਇਆਧਾਰੀ ਜੀਵ ਹੁੰਦਾ, ਦਿਨ ਰਾਤ ਉਹਨੂੰ ਮਾਇਆ ਚੰਗੀ ਲੱਗਦੀ ਹੈ, ਪਰਿਵਾਰ 'ਚ ਉਹਦਾ ਮੋਹ ਪਿਆ ਰਹਿੰਦਾ ਹੈ, ਹਰ ਸਮੇਂ ਜਿੱਥੇ ਉਹਦੀ ਮੈਂ ਆਪਣੀ ਗੱਲ ਹੋਵੇ ਉਹ ਖੁਸ਼ ਹੁੰਦਾ। ਪਰ ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਬੰਦਗੀ ਵਿੱਚ ਹੀ ਖੁਸ਼ ਨੇ, ਉਹ ਸਭ ਕੁਝ ਪਰਮਾਤਮਾ ਨੂੰ ਦਿੱਤਾ ਹੋਇਆ ਸਮਝਦੇ ਨੇ। ਕਿਉਂ? ਉਹ ਇਸ ਰੋਗ ਤੋਂ, ਹਉਮੈ ਤੋਂ ਨਿਵਰਤ ਹੋ ਗਏ ਨੇ। ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਕਿ ਭਾਈ ਤੁਸੀਂ ਵੀ ਜੇ ਅਰੋਗ ਹੋਣਾ ਚਾਹੁੰਦੇ ਹੋ ਤਾਂ ਗੁਰੂ ਦੇ ਸ਼ਬਦ ਨਾਲ ਜੁੜੋ, ਬਾਣੀ ਵਾਲਾ ਜੀਵਨ ਬਣਾਓ। ਨਾ ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸੱਚ ਤੋਂ ਬਿਨਾਂ ਸਾਡੇ ਮਨ ਨੂੰ ਸੁਤੇ ਹੀ ਮੈਲ ਲੱਗਦੀ ਰਹਿੰਦੀ ਹੈ। ਔਰ ਸੰਸਾਰ ਤਾਂ ਰੋਗੀ ਹੈ ਹੀ, ਕਿਤੇ ਬਾਹਰ ਗੇੜਾ ਕੱਢ ਲਓ,
ਕਿਤੇ ਕੋਈ ਗੱਲ ਕਹੇਗਾ, ਕਿਤੇ ਕੋਈ ਨਿੰਦਿਆ ਕਰ ਰਿਹਾ ਹੈ, ਕਿਤੇ ਕੋਈ ਝੂਠ ਬੋਲ ਰਿਹਾ, ਕਿਤੇ ਕੋਈ ਚੁਗਲੀਆਂ ਕਰ ਰਿਹਾ। ਪਰਮਾਤਮਾ ਦੀ ਗੱਲ ਤਾਂ ਕੋਈ ਨਹੀਂ ਨਾ ਕਰਦਾ। ਜੇ ਕਿਸੇ ਦੇ ਘਰ ਬੈਠ ਜਾਓ, ਉਹ ਵੀ ਮਾਇਆ ਦੀਆਂ ਗੱਲਾਂ ਕਰਦੇ ਨੇ, ਮੋਹ ਦੀਆਂ ਗੱਲਾਂ ਹੀ ਕਰਦੇ ਨੇ। ਇਸ ਤਰ੍ਹਾਂ ਪਰਮਾਤਮਾ ਦੀ ਗੱਲ ਤਾਂ ਕੋਈ ਨਹੀਂ ਨਾ ਕਰਦਾ। ਸਤਿਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਤੋਂ ਭੁੱਲ ਕੇ ਜੀਵ ਰੋਗੀ ਹੋਏ ਪਏ। ਗੁਰ ਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮਜਣਾ। ਜਿਹੜਾ ਗੁਰੂ ਸਾਹਿਬਾਂ ਦਾ ਵਾਕ ਹੈ, ਉਪਦੇਸ਼, ਇਹ ਸਦਾ ਚਾਨਣ ਹੈ। ਔਰ ਜਿਨ੍ਹਾਂ ਨੇ ਆਪਣੇ ਅੰਦਰ ਹਿਰਦੇ ਵਿੱਚ ਸਤਿਗੁਰਾਂ ਦਾ ਉਪਦੇਸ਼ ਮੰਨਿਆ ਹੈ, ਉਹ ਨਿਤਾ ਪ੍ਰਤੀ ਉਜਲ ਹੋ ਰਹੇ ਨੇ ਆਪਣੇ ਆਤਮਿਕ ਤੀਰਥ ਦੇ ਇਸ਼ਨਾਨ ਕਰਕੇ। ਇਹ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ। ਸਗਲ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਪਰਮਾਤਮਾ ਦਾ ਨਾਮ ਹੈ। ਨਾਮ ਨੂੰ ਜਪੀਏ, ਸੇਵਾ ਕਰੀਏ, ਗੁਰੂ 'ਤੇ ਵਿਸ਼ਵਾਸ ਰੱਖੀਏ, ਦੁਨੀਆ ਦੇ ਸਾਰੇ ਰੋਗ ਕੱਟੇ ਜਾਂਦੇ ਨੇ। ਸਭ ਤੋਂ ਵੱਡਾ ਹਉਮੈ ਦਾ ਰੋਗ ਮੰਨਿਆ, ਜਿਹਦੇ ਕਰਕੇ ਸਾਡੀ ਜਿੰਦ ਜਿਹੜੀ ਇਹ ਜੀਵ ਆਤਮਾ ਹੈ, ਜਨਮ ਦਰ ਜਨਮ ਭਟਕਦੀ ਰਹਿੰਦੀ ਹੈ। ਆ ਜਿਹੜੇ ਸਰੀਰਾਂ ਦੇ ਰੋਗ ਨੇ ਤਾਂ ਨਿੱਕੇ ਜਿਹੇ ਨੇ, ਇਹ ਤਾਂ ਆਪੇ ਹੀ ਦੂਰ ਹੋ ਜਾਂਦੇ ਨੇ ਬੰਦਗੀ ਕਰਨ ਵਾਲੇ ਦੇ। ਸੋ ਨਾਮ ਵਾਲਾ ਜੀਵਨ ਬਣਾਈਏ। ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਗੁਰਮੁਖ ਸਾਚਾ ਸ਼ਬਦ ਸਲਾਹੈ, ਮਨ ਸਾਚਾ ਤਿਸ ਰੋਗ ਗਿਆ। ਨਾਨਕ ਹਰਿ ਜਨ ਅਨ ਦਿਨ ਨਿਰਮਲ, ਜਿਨ ਕੋ ਕਰਮ ਕਿਸਾਨ ਪਿਆ।